पंजाब तो मान साहब जुड़ चुके ने। वाहिगुरू जी खालसा वाहिगुरू जी फतेह। स्वागत है सर तुहाडा साडे शो दे विच। वाहिगुरू जी खालसा वाहिगुरू जी फतेह जी। मान साहब पंजाब दी राजनीति अजकल काफी सरगर्म चल रही है, पर तुहाडे नाल असीं गल्लां दो मुद्दों ते करना चाहांगे सर। एक ते सरबत खालसा बारे तुहाडे तो जानकारी लैनी चाहांगे। दूजी एसजीपीसी दियां इलैक्शनां दी भी खबर आ रही है कि अक्तूबर दे आखिरी महीने विच एसजीपीसी दियां इलैक्शनां करवाउण दी कोशिश की जा रही है। हाँ जी, बड़ी अच्छी गल है जी। एसजीपीसी दी इलैक्शनां होण करके 2011 सुप्रीम कोर्ट ने एसजीपीसी साडी जिहड़ी पार्लीमेंट है उन्हें बर्खास्त करता सीगा, जिहड़ा एक बहुत भारी जुर्म है। घट गिनती की पार्लीमेंट नूं मौकूफ कर देना, डिसमिस कर देना। असीं तैयार हैं सारियां इलैक्शनस दे लई। ते उतो कुछ चिर बाद ही सर जो 10 नवंबर नूं सरबत खालसा ऑर्गेनाइज करन दी भी गल सामने आ रही है। ते तुसीं ਇਹ ਕਹਿ ਰਹੇ ਜੋ ਕਿ ਤੁਹਾਡੀ ਪਾਰਟੀ ਐਸਜੀਪੀਸੀ ਦੀ ਇਲੈਕਸ਼ਨਾਂ ਵਿੱਚ ਵੀ ਹਿੱਸਾ ਲਏਗੀ, ਨਾਲ ਹੀ ਜੋ ਸਰਬਤ ਖਾਲਸਾ ਹੋ ਰਿਹਾ ਉਹਦੇ ਬਾਰੇ ਤੁਹਾਡੇ ਵਿਚਾਰ। ਹਾਂਜੀ, ਸਰਬਤ ਖਾਲਸਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ 5 ਸਾਲ ਤੋਂ ਜ਼ਿਆਦਾ ਸਾਡੀ ਜਿਹੜੀ ਐਸਜੀਪੀਸੀ ਹੈ ਉਸ ਨੂੰ ਮਤਲਬ ਕਰਕੇ ਰੱਖਿਆ ਤੇ ਕਿੰਨੇ ਫੈਸਲੇ ਜਿਹੜੇ ਸਿੱਖਾਂ ਦੇ ਹੋਣੇ ਹੈ ਉਹ ਸਾਨੂੰ ਫੰਡਾਮੈਂਟਲੀ ਕਰਨੇ ਪੈਣੇ ਹੈ ਤੇ ਉਹ ਕਰਾਂਗੇ। ਮਾਨ ਸਾਹਿਬ ਜੋ ਪਿਛਲੀ ਵਾਰੀ ਸਰਬਤ ਖਾਲਸਾ 2015 ਦੀ ਜੇ ਅਸੀਂ ਗੱਲ ਕਰਦੇ ਹਾਂ ਤੇ ਜੋ ਉਹਦੇ ਵਿੱਚ ਫੈਸਲੇ ਲਏ ਸੀ, ਕਿਤੇ ਨਾ ਕਿਤੇ ਉਹਨੇ ਸਿੱਖਾਂ ਨੂੰ ਦੋ ਹਿੱਸਿਆਂ ਵਿੱਚ ਵੰਡਤਾ ਵਾ। ਇੱਕੋ ਜਥੇਦਾਰ ਜੋ ਐਸਜੀਪੀਸੀ ਨੇ ਅਪਾਇੰਟ ਕੀਤੇ ਹੋਏ ਨੇ, ਦੂਜੇ ਉਹ ਜਥੇਦਾਰ ਜੋ ਸਰਬਤ ਖਾਲਸਾ ਵਿੱਚ ਅਪਾਇੰਟ ਕੀਤੇ ਸੀ, ਪਰ ਉਹ ਜਥੇਦਾਰ ਅਜੇ ਤੱਕ ਆਪਣੇ ਕਾਰਜਭਾਰ ਸੰਭਾਲ ਨਹੀਂ ਸਕੇ। ਕੁਝ ਸਿੱਖਾਂ ਵੱਲੋਂ ਇਹ ਵੀ ਸਵਾਲ ਪੁੱਛਿਆ ਜਾ ਰਿਹਾ ਸੀ ਕਿ ਇੰਸਟੈਡ ਆਫ ਜਥੇਦਾਰ ਅਪਾਇੰਟ ਕਰਨ ਦੇ ਕਿ ਜੇ ਇੱਕ ਪ੍ਰੋਸੈਸ ਬਣਾਇਆ ਜਾਂਦਾ ਕਿ ਜਥੇਦਾਰ ਅੱਗੇ ਤੋਂ ਕਿੱਦਾਂ ਅਪਾਇੰਟ ਹੋਣਗੇ, ਉਹ ਜ਼ਿਆਦਾ ਬੈਟਰ ਹੋਣਾ ਸੀ ਇੰਸਟੈਡ ਆਫ ਅਪਾਇੰਟਮੈਂਟ ਦੇ। ਹਾਂ ਮਿੱਟੀ ਜੀ, ਜਦੋਂ ਇਹ ਐਸਜੀਪੀਸੀ ਨੂੰ ਮਤਲਬ ਕਰਤਾ ਸੀਗਾ ਇਹ ਜਥੇਦਾਰ ਸਾਹਿਬਾਨ ਇਹ ਕੰਮ ਕਰਨ ਲੱਗ ਪਏ ਸੀਗੇ ਸਿੱਖਾਂ ਦੇ ਖਿਲਾਫ। ਜਿਵੇਂ ਸਰਸੇ ਦੇ ਸਾਧ ਨੂੰ ਇਹਨਾਂ ਨੇ ਬਖਸ਼ ਦਿੱਤਾ ਸੀਗਾ, ਉਹਨੂੰ ਬੁਲਾਇਆ ਵੀ ਨਹੀਂ ਸੀਗਾ ਤੇ ਇਹੋ ਜਿਹੇ ਕੰਮ ਕਰਨ ਲੱਗ ਪਏ ਸੀਗੇ। ਤੇ ਇਹਦੇ ਲਈ ਫਿਰ ਅਸੀਂ ਜ਼ਰੂਰੀ ਸਮਝਿਆ ਕਿ ਸਰਬੱਤ ਖਾਲਸਾ ਇੱਕੋ ਇੱਕ ਸਿੱਖਾਂ ਦੇ ਕੋਲ ਇੰਸਟੀਟਿਊਸ਼ਨ ਹੈ ਜਿਹਨੂੰ ਬੁਲਾ ਕੇ ਆਪਾਂ ਅੰਤ ਦੇ ਫੈਸਲੇ ਕਰ ਸਕਦੇ ਹਾਂ। ਹੁਣ 5 ਸਾਲ ਤੋਂ ਜੇ ਮਤਲਬ ਕਰਦੇ ਹੋ ਤੁਹਾਡੀ ਪਾਰਲੀਮੈਂਟ ਉਹ ਤੋਂ ਬਾਅਦ ਹੀ ਫਿਰ ਫੈਸਲੇ ਕਿੱਥੇ ਹੋਣਗੇ। ਫੈਸਲੇ ਤਾਂ ਕਰਨੇ ਪੈਂਦੇ ਆ, ਕੈਨੇਡਾ ਦਾ ਸਾਰਾ ਸਿਸਟਮ ਕਰਨਾ ਪੈਣਾ। ਤੇ ਜੇ ਤੁਹਾਡੀ ਸੁਪਰੀਮ ਕੋਰਟ ਉਹ ਤੋਂ ਬਾਅਦ ਪਾਰਲੀਮੈਂਟ ਨੂੰ ਸਸਪੈਂਡ ਕਰਦੇ, ਮਤਲਬ ਕਰਦੇ, ਬਰਖਾਸਤ ਕਰਦੇ, ਫਿਰ ਫੈਸਲੇ ਤਾਂ ਹੁੰਦੇ ਹੀ ਹੈ। ਫਿਰ ਸਾਰੇ ਲੋਕ ਤੇ ਸਿੱਖਾਂ ਦੇ ਵਿੱਚ ਇੰਸਟੀਟਿਊਸ਼ਨ ਇਹ ਹੈਗੀ ਹੈ ਸਰਬੱਤ ਖਾਲਸਾ ਦੀ। ਕਈ ਵਾਰੀ ਮਾਨ ਸਾਹਿਬ ਜੋ ਪਿਛਲੀ ਵਾਰੀ ਸਰਬਤ ਖਾਲਸਾ ਹੋਇਆ ਸੀ, ਗੁਰੂ ਮਹਾਰਾਜ ਦੀ ਬੇਅਦਬੀ ਹੋਣ ਤੋਂ ਬਾਅਦ ਕਾਫੀ ਰੋਸ ਸੀ ਸਿੱਖਾਂ ਵਿੱਚ, ਪਰ ਬੇਅਦਬੀ ਦੇ ਮਾਮਲੇ ਅਜੇ ਤੱਕ ਵੀ ਥਮਨ ਦਾ ਨਾਂ ਨਹੀਂ ਲੈ ਰਹੇ। ਕੱਲ ਡੀਜੀਪੀ ਸਾਹਿਬ ਇਹ ਤੱਕ ਕਹਿ ਰਹੇ ਸੀ ਕਿ ਜੋ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਉਹ ਆਈਐਸਆਈ ਏਜੰਸੀ ਦਾ ਵੀ ਨਾਂ ਲਾ ਰਹੇ ਸੀ। ਅਜੇ ਤੱਕ ਪੰਜਾਬ ਸਰਕਾਰ ਦੀ ਜੇ ਗੱਲ ਕਰੀਏ ਫੇਲੂਅਰ ਅਸੀਂ ਕਹਿ ਸਕਦੇ ਹਾਂ, ਪੰਜਾਬ ਸਰਕਾਰ ਦਾ ਫੇਲੂਅਰ ਆ ਕਿ ਬੇਅਦਬੀ ਦੇ ਮਾਮਲੇ ਅਜੇ ਵੀ ਲਗਭਗ 1.25 ਸਾਲ ਹੋ ਰਿਹਾ, ਪਰ ਪੰਜਾਬ ਵਿੱਚ ਗੁਰੂ ਮਹਾਰਾਜ ਦੀ ਬੇਅਦਬੀ ਦੇ ਮਾਮਲੇ ਅਜੇ ਵੀ ਸਾਹਮਣੇ ਆ ਰਹੇ ਨੇ। ਮਾਨ ਸਾਹਿਬ ਆਈ ਥਿੰਕ ਮਾਨ ਸਾਹਿਬ ਦੀ ਆਡੀਓ ਲਾਈਨ ਕੁਝ ਇਸ਼ੂ ਆ ਰਿਹਾ ਸੀ। ਉਹਨਾਂ ਦੀ ਤਬੀਅਤ ਵੀ ਅੱਜ ਥੋੜੀ ਜੀ ਨਾਜ਼ੁਕ ਸੀ, ਜੋ ਮੈਨੂੰ ਮੇਰੀ ਟੀਮ ਵੱਲੋਂ ਮੈਸੇਜ ਆ ਰਹੇ ਨੇ। ਮੈਂ ਇੱਕ ਵਾਰ ਦਲਰਾਜ ਸਿੰਘ ਜੀ ਤੁਹਾਡੇ ਨਾਲ ਚੈੱਕ ਕਰਨਾ ਚਾਹੂੰਗਾ। ਦਲਰਾਜ ਜੀ। ਹਾਂਜੀ ਹਰਪ੍ਰੀਤ ਜੀ, ਕੀ ਤੁਸੀਂ ਚਾਹੋਗੇ ਵਾਪਸ ਕਨੈਕਟ ਕੀਤਾ ਜਾਵੇ?
ਬਿਲਕੁਲ ਆਪਾਂ 5-7 ਮਿੰਟ ਲਈ ਲੈ ਲਈਏ। ਮਾਨ ਸਾਹਿਬ ਤੋਂ ਕਾਫੀ ਕੁਝ ਲੋਕੀ ਜਾਣਨਾ ਚਾਹ ਰਹੇ ਸੀ, ਤਬੀਅਤ ਤਾਂ ਉਹਨਾਂ ਦੀ ਥੋੜੀ ਜਿਹੀ ਕੁਛ ਕੀ ਹੈ, ਪਰ ਮਾਨ ਸਾਹਿਬ ਕਹਿੰਦੇ ਸੀਗੇ ਕਿ ਮੈਂ ਗੱਲ ਕਰਾਂਗਾ 10-15-20 ਮਿੰਟ ਲਈ। ਮੈਂ ਰਾਜ ਸਿੰਘ ਜੀ ਦੀ ਗੱਲ ਮੰਨਦੇ, ਮੈਂ ਟੈਕਨੀਕਲ ਟੀਮ ਨੂੰ ਕਹੂੰਗਾ ਜੇ ਕਾਲ ਕਨੈਕਟ ਕਰ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਜਾਏ ਤੇ ਜਿੱਦਾਂ ਹੀ ਮਾਨ ਸਾਹਿਬ ਦੇ ਚਾਹੁਣ ਤੇ ਸਾਨੂੰ ਪਲੀਜ਼ ਇਨਫੋਰਮ ਕੀਤਾ ਜਾਵੇ। ਗੱਲ ਨੂੰ ਉਹਨੇ ਚਿਰ ਤੱਕ ਅਜੇ ਤੱਕ ਜੋ ਗੱਲਬਾਤ ਹੋਈ ਉਹ ਤੇ ਜੇ ਟਿੱਪਣੀ ਕਰਨੀ ਚਾਹੋ, ਪਰ ਜੇ ਮੈਂ ਰੋਕਾਂ ਪਲੀਜ਼ ਸਮਝਿਓ ਕਿ ਲਾਈਨ ਵਾਪਸ ਕਨੈਕਟ ਹੋ ਚੁੱਕੀ ਆ। ਹਰਪ੍ਰੀਤ ਜੀ, ਮਾਨ ਸਾਹਿਬ ਸਰਬੱਤ ਖਾਲਸਾ ਦੀ ਗੱਲ ਕਰਦੇ ਪਏ ਆ ਤੇ ਕਿਸੇ ਨਾ ਕਿਸੇ ਹੱਦ 'ਚ ਕਿਸੇ ਨਾ ਕਿਸੇ ਤਰ੍ਹਾਂ ਮੈਂ ਵੀ ਉਹਦੇ ਨਾਲ ਸਹਿਮਤ ਹਾਂ ਕਿ ਜੇ ਸਰਬੱਤ ਖਾਲਸਾ ਹੁੰਦਾ ਤੇ ਸ਼ਾਇਦ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਹੋਣੀਆਂ ਤੇ ਜਿਹੜੀਆਂ 2017 ਦੀਆਂ ਪੰਜਾਬ ਦੀਆਂ ਇਲੈਕਸ਼ਨ ਹੋਣੀਆਂ ਉਹਦੇ ਵਿੱਚ ਥੋੜਾ ਜਿਹਾ ਜੇ ਸਰਬੱਤ ਖਾਲਸਾ ਸਕਸੈਸਫੁਲ ਹੋ ਜਾਂਦਾ ਜਿੱਦਾਂ ਪਿਛਲੇ ਸਾਲ ਹੋਇਆ ਸੀਗਾ ਤੇ ਸ਼ਾਇਦ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਉਹਦੇ ਤੋਂ ਝਟਕਾ ਲੱਗੇਗਾ, ਪਰ ਉਹਦੀ ਉਮੀਦ ਬਹੁਤ ਘੱਟ ਹੈ। ਮੈਨੂੰ ਤਾਂ ਇਹਦੇ ਤੇ ਵੀ ਸ਼ੰਕਾ ਵਾ ਕਿ ਸਰਬੱਤ ਖਾਲਸਾ ਬਾਦਲ ਸਾਹਿਬ ਹੋਣ ਵੀ ਦੇਣਗੇ ਕਿ ਨਹੀਂ, ਉਹਦੇ ਤੇ ਵੀ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਹੈਗਾ ਵਾ। ਪਰ ਫਿਰ ਰਿਪੀਟ ਕਰ ਰਿਹਾ, ਜੇ ਸਰਬੱਤ ਖਾਲਸਾ ਹੁੰਦਾ ਤੇ ਪੂਰਾ ਸਕਸੈਸਫੁਲ ਹੋ ਜਾਂਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨ ਤੇ 2017 ਪੰਜਾਬ ਇਲੈਕਸ਼ਨ 'ਚ ਡੈਫੀਨੇਟਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਵੋਟਾਂ ਤੇ ਅਸਰ ਪਏਗਾ। ਸਤੀਸ਼ ਜੀ, ਜਦੋਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ, ਇੱਕ ਗੱਲ ਆਪਣੇ ਸਾਹਮਣੇ ਆ ਰਹੀ ਸੀ ਕਿ ਜੇ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਦੀਆਂ ਇਲੈਕਸ਼ਨਾਂ ਜਿੱਤਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਿੱਖ ਵੋਟ ਬੈਂਕ ਨੂੰ ਖਿੱਚਣ ਵਾਸਤੇ ਮੇਨ ਇਲੈਕਸ਼ਨਾਂ ਵਿੱਚ ਖਾਸ ਕਰਕੇ 40 ਤੋਂ 50 ਸੀਟਾਂ ਜਿੱਥੇ ਸਿੱਖ ਵੋਟ ਬੈਂਕ ਕਾਫੀ ਵੱਡੀ ਮਾਤਰਾ ਵਿੱਚ ਆ, ਉਹਦੇ ਵਿੱਚ ਸਿੱਖ ਸ਼੍ਰੋਮਣੀ ਅਕਾਲੀ ਦਲ ਦਾ ਅਪਰ ਹੈਂਡ ਹੋਊਗਾ। ਤੁਹਾਡੇ ਵਿਚਾਰ? ਹਰਪ੍ਰੀਤ ਜੀ, ਮੈਂ ਪਹਿਲਾਂ ਜਿਹੜੀ ਗੱਲ ਆਪਣੀ ਚੱਲ ਰਹੀ ਸੀ ਉਹਦੇ ਵਿੱਚ ਥੋੜੀ ਜਿਹੀ ਅੱਗੇ ਗੱਲ ਨੂੰ ਤੋੜਨੀ ਚਾਹਾਂਗਾ। ਸਾਡੇ ਇੱਕ ਕਾਲਰ ਨੇ ਸਵਾਲ ਕੀਤਾ ਕਿ ਜਦੋਂ ਤੁਸੀਂ ਮਾਨਸ ਕੀ ਜਾਤ ਸਭੇ ਏਕ ਹੈ ਪਹਿਚਾਨ ਨੂੰ ਕਹਿੰਦੇ ਹੋ ਤਾਂ ਫਿਰ ਧਾੜਵੀ ਨੂੰ ਧਾੜਵੀ ਕਹਿਣ ਦੀ ਕੀ ਜ਼ਰੂਰਤ ਹੈ, ਫਿਰ ਤਾਂ ਸਾਰਿਆਂ ਨੂੰ ਇੱਕ ਬਰਾਬਰ ਮੰਨ ਲਿਆ ਜਾਵੇ। ਜੇ ਉਹਨਾਂ ਦੀ ਭਾਵਨਾ ਇਹ ਹੈ ਕਿ ਕੇਜਰੀਵਾਲ ਨੂੰ ਧਾੜਵੀ ਨਹੀਂ ਮੰਨਣਾ ਤਾਂ ਗੱਲ ਇੱਕ ਅਲੱਗ ਹੈ, ਪਰ ਜੇ ਅਸੀਂ ਗੁਰੂ ਸਾਹਿਬ ਦੇ ਉਦੇਸ਼ ਦੇ ਆਧਾਰ ਦੇ ਉੱਤੇ ਚੱਲੀਏ ਤਾਂ ਉਹਦੇ ਵਿੱਚ ਇਹ ਗੱਲ ਬਹੁਤ ਕਲੀਅਰ ਆ ਕਿ ਇਸ ਕਥਨ ਦੇ ਬਾਵਜੂਦ, ਇਸ ਮਹਾਵਾਕ ਦੇ ਬਾਵਜੂਦ ਹਕੂਮਤਾਂ ਦੇ ਨਾਲ ਜ਼ੁਲਮ ਕਰਨ ਵਾਲਿਆਂ ਦੇ ਨਾਲ ਜਾਬਰਾਂ ਦੇ ਖਿਲਾਫ ਗੁਰੂ ਸਾਹਿਬ ਦੇ ਦੌਰ ਵਿੱਚ ਵੀ ਸੰਘਰਸ਼ ਹੁੰਦੇ ਰਹੇ। ਗੁਰੂ ਸਾਹਿਬ ਤੋਂ ਬਾਅਦ ਬੰਦਾ ਬਹਾਦਰ ਨੇ ਵੀ ਬਹੁਤ ਵੱਡਾ ਸੰਘਰਸ਼ ਕੀਤਾ। ਐਮਰਜੈਂਸੀ ਦੇ ਖਿਲਾਫ ਇੰਦਰਾ ਜਦੋਂ ਐਮਰਜੈਂਸੀ ਠੋਕ ਦਿੰਦੀ ਆ, ਅਕਾਲੀ ਦਲ ਨੇ ਬਹੁਤ ਵੱਡਾ ਮੋਰਚਾ ਲਾਇਆ। ਮੈਂ ਅਕਾਲੀ ਦਲ ਦੀਆਂ 20 ਗੱਲਾਂ ਨਾਲ ਡਿਸਐਗਰੀ ਕਰ ਸਕਦਾ, ਪਰ ਉਹਨਾਂ ਨੇ ਜਿਹੜਾ ਐਮਰਜੈਂਸੀ ਦੇ ਖਿਲਾਫ ਸੰਘਰਸ਼ ਕੀਤਾ ਮੈਂ ਉਹਦੇ ਨਾਲ ਬਿਲਕੁਲ ਐਗਰੀ ਕਰਾਂਗਾ ਕਿ ਉਹਨਾਂ ਨੇ ਇੱਕ ਸੱਚਮੁੱਚ ਮਾਣ ਵਾਲਾ ਕੰਮ ਕੀਤਾ। ਇਸ ਕਰਕੇ ਮਾਨਸ ਕੀ ਜਾਤ ਸਭ ਹੈ ਏਕੋ ਪਹਿਚਾਨਬੋ ਦਾ ਅਰਥ ਇਹ ਬਿਲਕੁਲ ਨਹੀਂ ਆ ਕਿ ਅਸੀਂ ਜਿਹੜਾ ਕੋਈ ਸਾਡੇ ਨਾਲ ਜ਼ਿਆਦਤੀ ਕਰ ਰਿਹਾ ਵਾ ਉਹਦੀ ਜ਼ਿਆਦਤੀ ਨੂੰ ਵੀ ਬਰਦਾਸ਼ਤ ਕਰਾਂਗੇ। ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਸਾਨੂੰ ਲੱਗਦਾ ਉੱਥੇ ਕੈਪਟਨ ਸਾਹਿਬ ਲੀਡਰ ਨੇ, ਉੱਥੇ ਬੀਬੀ ਭੱਠਲ ਲੀਡਰ ਨੇ, ਬਾਜਵਾ ਲੀਡਰ ਨੇ, ਜਾਂ ਅਕਾਲੀ ਦਲ ਦੀ ਗੱਲ ਕਰਦੇ ਹਾਂ ਸਾਨੂੰ ਦੋਨੋਂ ਬਾਦਲ ਲੀਡਰ ਨਜ਼ਰ ਆਉਂਦੇ ਨੇ, ਢੀਂਡਸਾ ਸਾਹਿਬ ਨਜ਼ਰ ਆਉਂਦੇ ਨੇ, ਭੁੰਦੜ ਸਾਹਿਬ ਵੀ ਨਜ਼ਰ ਆਉਂਦੇ ਨੇ। ਪਰ ਜੇ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ, ਕੀ ਕੋਈ ਆਮ ਆਦਮੀ ਪਾਰਟੀ ਦਾ ਹਮਾਇਤੀ ਦੱਸ ਸਕਦਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਨੇਤਾ ਕੌਣ ਆ? ਘੁੱਗੀ ਨੂੰ ਕਨਵੀਨਰ ਬਣਾਇਆ, ਕੀ ਉਹ ਪੰਜਾਬ ਦੇ ਵਿੱਚ ਸੱਚਮੁੱਚ ਆਮ ਆਦਮੀ ਪਾਰਟੀ ਦਾ ਉਹ ਚਿਹਰਾ ਬਣ ਜਾਂਦਾ ਵਾ ਜਿਹੜਾ ਚਿਹਰਾ ਬੀਬੀ ਸੋਨੀਆ ਦੇ ਹੁੰਦਿਆਂ ਹੋਇਆਂ ਵੀ ਅਮਰਿੰਦਰ ਸਿੰਘ ਬਣ ਜਾਂਦੇ ਨੇ? ਜੇ ਘੁੱਗੀ ਉਦੋਂ ਦਾ ਚਿਹਰਾ ਨਹੀਂ ਬਣਦਾ ਤਾਂ ਪੰਜਾਬ ਦੀ ਲੀਡਰਸ਼ਿਪ ਪੈਦਾ ਹੋਣ ਤੋਂ ਜੇ ਕੇਜਰੀਵਾਲ ਰੋਕ ਰਹੇ ਨੇ ਤਾਂ ਉਹਦੇ ਖਿਲਾਫ ਲੜਨਾ ਜ਼ਰੂਰੀ ਹੈ। ਮੈਂ ਖੇਤਰੀ ਪਾਰਟੀ ਬਣਾਉਣ ਦੇ ਵੈਸੇ ਹੱਕ ਨਹੀਂ, ਪਰ ਖੇਤਰੀ ਭਾਵਨਾਵਾਂ ਦੀ ਕਦਰ ਕੀਤੀ ਜਾਵੇ ਇਹਦੇ ਲਈ ਬਹੁਤ ਜ਼ਰੂਰਤ ਆ। ਜ਼ਰੂਰੀ ਨਹੀਂ ਅਸੀਂ ਗਾਂਧੀ ਸਾਹਿਬ ਦੀ ਹਰ ਗੱਲ ਨਾਲ ਸਹਿਮਤ ਹੋਈਏ, ਪਰ ਇੱਕ ਗੱਲ ਨਾਲ ਮੈਂ ਜ਼ਰੂਰ ਸਹਿਮਤ ਹਾਂ ਕਿ ਇਹ ਦੇਸ਼ ਅਨੇਕਤਾ ਵਿੱਚ ਏਕਤਾ ਦਾ ਦੇਸ਼ ਹੈ, ਏਕਤਾ ਵਿੱਚ ਅਨੇਕਤਾ ਦਾ ਦੇਸ਼ ਨਹੀਂ ਹੈ। ਜਿੰਨਾ ਚਿਰ ਤੱਕ ਅਸੀਂ ਦੇਸ਼ ਦੇ ਵਿੱਚ ਅਨੇਕਤਾਵਾਂ ਨੂੰ ਸਵੀਕਾਰ ਨਹੀਂ ਕਰਦੇ ਅਸੀਂ ਇਹਦੀ ਏਕਤਾ ਵੀ ਨਹੀਂ ਰੱਖ ਸਕਾਂਗੇ। ਔਰ ਏਕਤਾ ਜੇ ਰੱਖਣੀ ਆ ਤਾਂ ਸਾਨੂੰ ਖੇਤਰੀ ਭਾਵਨਾਵਾਂ ਦੀ ਕਦਰ ਕਰਨੀ ਪਊਗੀ, ਜਿਹੜੀਆਂ ਭਾਵਨਾਵਾਂ ਦੀ ਕਦਰ ਕੇਜਰੀਵਾਲ ਵੀ ਬਿਲਕੁਲ ਨਹੀਂ ਕਰ ਰਿਹਾ। ਕੇਜਰੀਵਾਲ ਨੂੰ 4 ਸੀਟਾਂ ਲੈ ਕੇ ਦਿੱਤੀਆਂ ਜਦੋਂ ਸਾਰੇ ਦੇਸ਼ ਦੇ ਵਿੱਚ ਜ਼ਮਾਨਤਾਂ ਜ਼ਬਤ ਹੋਈਆਂ। ਕੇਜਰੀਵਾਲ ਨੂੰ ਅਹਿਸਾਨਮੰਦ ਹੋਣਾ ਚਾਹੀਦਾ ਸੀ ਪੰਜਾਬੀਆਂ ਦਾ, ਪਰ ਉਹ ਸੂਬੇਦਾਰ ਪੰਜਾਬ ਦੇ ਉੱਤੇ ਲਾ ਕੇ ਪੰਜਾਬ ਦੇ ਆਮ ਆਦਮੀ ਪਾਰਟੀ ਨਾਲ ਧੱਕਾ ਕਰ ਰਹੇ ਨੇ। ਇਹ ਬਿਲਕੁਲ ਉਹਦੇ ਖਿਲਾਫ ਲੜਨਾ ਪਏਗਾ। ਸੀਪੀ ਸਿੰਘ ਜੀ, ਅਜੀਤ ਜੀ ਜਾਂ ਫਿਰ ਕੁਲਵੰਤ ਜੀ ਜੇ ਜੁੜੇ ਹੋਏ ਨੇ, ਅਜੇ ਤੱਕ ਕੋਈ ਗੱਲਬਾਤ ਤੇ ਕੋਈ ਕਮੈਂਟ ਕਰਨਾ ਚਾਹੋਗੇ?
ਹਰਪ੍ਰੀਤ ਜੀ ਸਭ ਤੋਂ ਵੱਡੀ ਗੱਲ ਇਹੀ ਨਜ਼ਰ ਆਉਂਦੀ ਹੈ, ਜਿਵੇਂ ਉਹ ਆਪਣੇ ਭਾਈ ਸਾਹਿਬ ਦੇ ਕੌਣ ਕਿ ਲੋਕ ਜਿਹੜੇ ਆਪਣੀ ਪਾਰਟੀ ਨਾਲ ਜੁੜੇ ਹੋਏ ਨੇ ਉਹ ਇਸ ਤਰ੍ਹਾਂ ਲੈ ਰਹੇ ਨੇ ਉਸ ਪਾਰਟੀ ਨੂੰ। ਜੀ ਜੀ, ਅਸੀਂ ਆਮ ਆਦਮੀ ਪਾਰਟੀ ਦੀ ਕਿਉਂ ਗੱਲ ਕਰ ਰਹੇ ਹਾਂ? ਸਵਾਲ ਮੇਰਾ ਜੋ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਸੀ। ਓਕੇ, ਸ਼੍ਰੋਮਣੀ ਅਕਾਲੀ ਦਲ ਬਾਰੇ ਤਾਂ ਮੈਂ ਪਹਿਲਾਂ ਵੀ ਗੱਲ ਕਰ ਚੁੱਕਿਆ ਕਿ ਉਹ ਪਾਰਟੀ ਜੇ ਇਹ ਚੋਣਾਂ ਹੁੰਦੀ ਹੈ ਜਿਵੇਂ ਤੁਸੀਂ ਕਿਹਾ, ਉਹਨਾਂ ਨੂੰ ਕਿਉਂਕਿ ਉਹਨਾਂ ਦੀ ਜਿੱਤ ਜਿਹੜੀ ਹੈਗੀ ਉਹ ਕਾਫੀ ਜ਼ਿਆਦਾ, ਉਹਦੀ ਜਿਹੜੀ ਸੰਭਾਵਨਾਵਾਂ ਨੇ ਕਿ ਐਸਜੀਪੀਸੀ ਤੇ ਇਹ ਅਕਾਲੀ ਦਲ ਕਾਬਜ ਹੋ ਜਾਊਗਾ। ਸੋ ਉਹ ਚੀਜ਼ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰੂਗੀ ਔਰ ਇੱਕ ਅਕਾਲੀ ਦਲ ਆਪਣੇ ਜਿਹੜੇ ਉਹਨਾਂ ਦੇ ਪੱਕੇ ਵੋਟਰ ਨੇ ਜਾਂ ਉਹਨਾਂ ਦੇ ਉਹ ਵੋਟਰ ਨੇ ਜਿਹੜੇ ਸ਼ਾਇਦ ਥੋੜੇ ਬਹੁਤੇ ਖਿੜਕੇ ਹੋਣ, ਤੇ ਐਸਜੀਪੀਸੀ ਦੀਆਂ ਚੋਣਾਂ ਦੀ ਜਿੱਤ ਜਿਹੜੀ ਹੈਗੀ ਹੈ ਉਹ ਉਹਨਾਂ ਨੂੰ ਇੱਕ ਵਾਰੀ ਹੁਲਾਰਾ ਦੇਗੀ ਅਕਾਲੀ ਦਲ ਨਾਲ ਖੜਨ ਦਾ, ਔਰ ਉਹਦਾ ਉਹਨਾਂ ਨੂੰ 2017 ਦੀਆਂ ਚੋਣਾਂ 'ਚ, ਕਿਉਂਕਿ ਉਸ ਤੋਂ ਬਾਅਦ ਬਹੁਤ ਨੇੜੇ ਨੇ ਚੋਣਾਂ, ਉਹ ਨੇੜੇ ਹੋਣ ਕਾਰਨ ਉਹਨਾਂ ਨੂੰ ਕਾਫੀ ਵੱਡਾ ਹੁਲਾਰਾ ਦੇਗੀ ਔਰ ਉਹਨਾਂ ਨੂੰ ਅਕਾਲੀ ਦਲ ਨੂੰ ਇਹਦਾ ਫਾਇਦਾ ਹੋਣ ਵਾਲਾ। ਓਕੇ, ਜੇ ਛੋਟੇਪੁਰ ਸਾਹਿਬ ਦੀ ਗੱਲ ਕਰੀਏ, ਛੋਟੇਪੁਰ ਸਾਹਿਬ ਨੇ ਵੀ ਫਾਈਨਲੀ ਰਿਜ਼ਾਈਨ ਕਰਤਾ ਵਾ ਆਮ ਆਦਮੀ ਪਾਰਟੀ ਤੋਂ। ਨਾਲ ਹੀ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ, ਆਮ ਆਦਮੀ ਪਾਰਟੀ ਨੇ ਕੱਲ ਆਪਣੇ ਤੋਂ ਬਾਗੀ ਹੋਏ 8-9 ਲੀਡਰਾਂ ਨੂੰ ਵੀ ਕੱਢਤਾ ਵਾ, ਜਿਹਦੇ ਵਿੱਚ ਕਿ ਪਵਿੱਤਰ ਸਿੰਘ ਜੀ ਦਾ ਵੀ ਨਾਂ ਸ਼ਾਮਿਲ ਆ। ਪਰ ਜੇ ਸਿੱਧੂ ਸਾਹਿਬ ਵਾਲੇ ਧੜੇ ਦੀ ਗੱਲ ਕਰੀਏ, ਖਬਰਾਂ ਇਹ ਵੀ ਸਾਹਮਣੇ ਆ ਰਹੀਆਂ ਨੇ ਕਿ ਪ੍ਰਸ਼ਾਂਤ ਕਿਸ਼ੋਰ ਅਤੇ ਰਾਹੁਲ ਗਾਂਧੀ ਨਾਲ ਸਿੱਧੂ ਸਾਹਿਬ ਦੀ ਨੈਗੋਸ਼ੀਏਸ਼ਨ ਚੱਲ ਰਹੀ ਆ। ਇਹਦੇ ਉੱਤੇ ਜੇ ਕੋਈ ਕਮੈਂਟ ਕਰਨਾ ਚਾਹੇ। ਹਰਪ੍ਰੀਤ ਜੀ, ਮੈਂ ਇਹ ਕਹਿਣਾ ਚਾਹਾਂਗਾ ਕਿ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਬਿਹੇਵ ਕਰ ਰਹੇ ਨੇ, ਉਹਦੇ ਤੋਂ ਇੱਕ ਗੱਲ ਤਾਂ ਸਾਬਤ ਹੋ ਜਾਂਦੀ ਹੈਗੀ ਕਿ ਉਹ ਇੱਕ ਵਾਰੀ ਟੋਕਣਾ ਚਾਹੂੰਗਾ ਸਤੀਸ਼ ਜੀ, ਸਾਡੇ ਨਾਲ ਇਕਬਾਲ ਸਿੰਘ ਜੀ ਜੁੜ ਚੁੱਕੇ ਨੇ। ਇਕਬਾਲ ਸਿੰਘ ਜੀ ਟਵਾਣਾ ਜੀ, ਸਿੰਘ ਸਾਹਿਬ ਸਵਾਗਤ ਹੈ ਸ਼ੋਅ ਦੇ ਵਿੱਚ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕਬਾਲ ਸਿੰਘ ਜੀ, ਮੇਰੀ ਆਵਾਜ਼ ਆ ਰਹੀ ਹੈ ਸਰ ਤੁਹਾਨੂੰ? आई थिंक शायद ऑडियो लाइन च कुछ इशू आ रहा वा। मैं टैक्नीकल टीम ਨੂੰ ਕਹੂੰਗਾ ਚੈੱਕ ਕਰ ਲੈਣ। ਅਜੀਤ ਜੀ, ਸਬਦੀਪ ਜੀ, ਤੁਸੀਂ ਉਹਨੇ ਚਿਰ ਕੈਰੀ ਔਨ ਕਰ ਲਓ ਪਲੀਜ਼। ਸੌਰੀ ਸਬਦੀਪ ਜੀ, ਤੁਸੀਂ ਉਹਨੇ ਚਿਰ ਕੈਰੀ ਔਨ ਕਰ ਲਓ। नो प्रॉब्लम। हाँ, मेरी आवाज आ रही है? हाँ जी, बिल्कुल आ रही है सर। ਮੈਂ ਹਰਪ੍ਰੀਤ ਜੀ ਇਹ ਗੱਲ ਕਹਿ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਬਿਹੇਵ ਕਰ ਰਹੇ ਨੇ ਪੰਜਾਬ ਦੇ ਲੋਕਾਂ ਦੇ ਨਾਲ, ਉਹਦੇ ਤੋਂ ਇੱਕ ਗੱਲ ਜ਼ਾਹਰ ਹੋ ਜਾਂਦੀ ਹੈ ਕਿ ਉਹਨਾਂ ਦਾ ਏਜੰਡਾ ਪੰਜਾਬ ਦੀ ਭਲਾਈ ਨਹੀਂ ਹੈ, ਉਹਨਾਂ ਦਾ ਏਜੰਡਾ ਆਪਣੇ ਕੁਝ ਪਰਸਨਲ ਹਿੱਤ ਸਾਧਣਾ ਹੀ ਰਹਿ ਗਿਆ। ਇਸ ਤੋਂ ਵੱਡਾ ਉਹਨਾਂ ਦਾ ਕੋਈ ਏਜੰਡਾ ਨਹੀਂ। ਅਦਰਵਾਈਜ਼ ਜੇ ਤੁਸੀਂ ਪੰਜਾਬ ਦੇ ਪੱਖ ਦੇ ਵਿੱਚ ਖੜੇ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਪੰਜਾਬ ਦੇ ਲੋਕਾਂ ਦੀ ਭਾਵਨਾ ਦੇ ਮੁਤਾਬਕ ਕੰਮ ਕਰਨਾ ਚਾਹੀਦਾ। ਪੰਜਾਬ ਦੇ ਲੋਕਾਂ ਨੇ ਤੁਹਾਡੇ ਇੱਕ ਪੋਸਟਰ ਨੂੰ ਐਡੀ ਵੱਡਾ ਹੁੰਗਾਰਾ ਦੇ ਦਿੱਤਾ, ਪਰ ਤੁਸੀਂ ਉਸ ਪੋਸਟਰ ਦੇ ਮਿਲੇ ਹੋਏ ਹੁੰਗਾਰੇ ਤੋਂ ਬਾਅਦ ਇੱਕ ਬਣ ਜਾ ਰਹੀ ਪਾਰਟੀ ਨੂੰ ਦੀ ਫੂਕ ਕੱਢਣ ਦਾ ਯਤਨ ਕੀਤਾ। ਅਗਲੀ ਗੱਲ ਮੈਂ ਕਰਾਂਗਾ ਕਿ ਸੁੱਚਾ ਸਿੰਘ ਛੋਟੇਪੁਰ ਹੋਣਾ ਨੇ ਰਿਜ਼ਾਈਨ ਕੀਤਾ ਤਾਂ ਰਿਜ਼ਾਈਨ ਕਰਨਾ ਇੱਕ ਲਾਜ਼ਮੀ ਸ਼ਰਤ ਸੀ, ਕਿਉਂਕਿ ਉਹਨਾਂ ਨੇ ਜੇ ਚੋਣ ਕਮਿਸ਼ਨ ਕੋਲ ਨਵੀਂ ਪਾਰਟੀ ਰਜਿਸਟਰਡ ਕਰਾਉਣੀ ਹੈ ਤਾਂ ਉਹਨਾਂ ਨੂੰ ਇਹ ਜ਼ਾਹਰ ਕਰਨਾ ਪਵੇਗਾ ਕਿ ਮੈਂ ਪਹਿਲੀ ਪਾਰਟੀ ਨੂੰ ਛੱਡ ਚੁੱਕਾ ਵਾਂ ਤੇ ਮੈਂ ਪਹਿਲੀ ਪਾਰਟੀ ਦੇ ਨਾਲ ਹੁਣ ਕੰਟੀਨਿਊ ਨਹੀਂ ਕਰ ਸਕਦਾ, ਇਸ ਕਰਕੇ ਮੈਂ ਨਵੀਂ ਪਾਰਟੀ ਐਸਟੈਬਲਿਸ਼ ਕਰ ਰਿਹਾ। ਉਹ ਇੱਕ ਤਕਨੀਕੀ ਮਾਮਲਾ ਵੀ ਹੈ। ਅਦਰਵਾਈਜ਼ ਜੋ ਆਮ ਆਦਮੀ ਪਾਰਟੀ 'ਚ ਤਕਨੀਕੀ ਤੌਰ ਤੇ ਮੈਂਬਰ ਵੀ ਬਚੇ ਹੋਏ ਸਨ, ਮੈਂਬਰ ਦੀ ਹੋਂਦ ਵੀ ਉਹਨਾਂ ਦੀ ਕੋਈ ਹੈ ਨਹੀਂ ਸੀ। ਤੇ ਹੁਣ ਉਹ ਜਦੋਂ 1 ਤਰੀਕ ਨੂੰ ਜਾਂ ਜਿਵੇਂ ਉਹ ਕਹਿੰਦੇ 1 ਜਾਂ 3 ਤਰੀਕ ਨੂੰ ਪਾਰਟੀ ਅਨਾਉਂਸ ਕਰਦੇ ਨੇ, ਉਹਦੇ ਨਾਲ ਕੀ ਹੁੰਦਾ। ਪਰ ਸਿਮਰਜੀਤ ਜਿਹੜੇ ਨੇ ਬੈਂਸ ਭਰਾਵਾਂ ਦੇ ਵਿੱਚੋਂ, ਉਹਨਾਂ ਨੇ ਸਿੱਧੂ ਸਾਹਿਬ ਦੇ ਏਜੰਡੇ ਦੇ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿ ਸਿਰਫ ਬਾਦਲ ਮੁਕਤ ਪੰਜਾਬ ਚਾਹੀਦਾ, ਵਿਚਾਰਧਾਰਾ ਦੀ ਕੋਈ ਜ਼ਰੂਰਤ ਨਹੀਂ। ਵਿਚਾਰਧਾਰਾ ਮੈਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕਾ ਕਿ ਗਾਂਧੀ ਸਾਹਿਬ ਏਜੰਡਿਆਂ ਤੇ ਕੰਮ ਕਰ ਰਹੇ ਨੇ, ਪਰ ਉਹਨਾਂ ਦੀ ਸੁਣਵਾਈ ਕੋਈ ਨਹੀਂ ਬਹੁਤੀ ਜ਼ਿਆਦਾ ਹੋ ਰਹੀ ਹਾਲ ਦੀ ਘੜੀ, ਤੇ ਸਿੱਧੂ ਸਾਹਿਬ ਚਾਹੁੰਦੇ ਵੀ ਨਹੀਂ ਗੇ ਕਿ ਉਹਨਾਂ ਮੁੱਦਿਆਂ ਦੇ ਉੱਤੇ ਸੁਣਵਾਈ ਹੋਵੇ। ਸ਼ਾਇਦ ਉਹਨਾਂ ਦੇ ਮਨ 'ਚ ਕੋਈ ਹੋਰ ਏਜੰਡਾ ਵਾ ਜਿਹੜਾ ਕਦੇ ਨਾ ਕਦੇ ਸਾਹਮਣੇ ਆਏਗਾ। ਸਿੱਧੂ ਮੇਰੇ ਮੁਤਾਬਕ, ਮੈਂ ਬਹੁਤ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਪੰਜਾਬ ਦੇ ਬਹੁਤ ਵੱਡੇ ਗਦਾਰ ਸਾਬਤ ਹੋਣ ਵੱਲ ਜਾ ਰਹੇ ਨੇ। ਇਕਬਾਲ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ। ਇਕਬਾਲ ਜੀ, ਆਵਾਜ਼ ਆ ਰਹੀ ਹੈ ਸਰ ਮੇਰੀ? ਇਕਬਾਲ ਸਿੰਘ ਜੀ, ਤੁਸੀਂ ਮੈਨੂੰ ਸੁਣ ਪਾ ਰਹੇ ਹੋ ਸਰ? ਆਈ ਥਿੰਕ ਆਡੀਓ ਲਾਈਨ 'ਚ ਕੁਝ ਇਸ਼ੂ ਆ ਰਿਹਾ ਵਾ। ਆਈ ਥਿੰਕ
ਸਮਾਂ ਵੀ ਸਾਡੇ ਕੋਲ ਜ਼ਿਆਦਾ ਨਹੀਂ ਬਚਿਆ, ਇੱਕ ਵਾਰ ਅਖੀਰ ਚੈੱਕ ਕਰਨਾ ਚਾਹੂੰਗਾ। ਇਕਬਾਲ ਸਿੰਘ ਜੀ, ਮੇਰੀ ਆਵਾਜ਼ ਆ ਰਹੀ ਹੈ ਸਰ? ਹਾਂ ਆ ਰਹੀ ਹੈ ਜੀ, ਆ ਰਹੀ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਫॉर ਜੁਆਇਨਿੰਗ ਅਸ ਸਰ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਭ ਤੋਂ ਪਹਿਲਾਂ ਸਰ, ਦੋ ਮੁੱਦੇ ਮਾਨ ਸਾਹਿਬ ਨਾਲ ਡਿਸਕਸ ਕਰ ਰਹੇ ਸੀ। ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੀਡੀਆ ਐਡਵਾਈਜ਼ਰ ਜੋ ਸਪੋਕਸਪਰਸਨ, ਜੋ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਜੋ ਐਸਜੀਪੀਸੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਹੁਣ ਅਕਤੂਬਰ ਦੇ ਲਾਸਟ ਵੀਕ ਦੇ ਵਿੱਚ, ਉਹਦੇ ਬਾਰੇ ਤੁਹਾਡੇ ਵਿਚਾਰ। ਐਸਜੀਪੀਸੀ ਇਲੈਕਸ਼ਨ ਦਾ ਜੇ ਨਹੀਂ ਕੋਈ ਆ ਰਹੀ, ਕਿਉਂਕਿ ਉਹਨਾਂ ਨੇ ਸੁਪਰੀਮ ਕੋਰਟ ਦੇ ਆਰਡਰ ਰਾਹੀਂ ਜਿਹੜੀ ਪੁਰਾਣੀ 2011 ਵਾਲੀ ਐਸਜੀਪੀਸੀ ਚੁਣੀ ਹੋਈ ਆ ਉਹਨੂੰ ਅਧਿਕਾਰ ਦਿੱਤੇ ਆ ਜੇ ਚਲਾਉਣ ਵਾਸਤੇ, ਕੰਮ ਚਲਾਉਣ ਵਾਸਤੇ। ਅਜੇ ਉਹਨਾਂ ਨੇ ਕੋਈ ਐਸਜੀਪੀਸੀ ਇਲੈਕਸ਼ਨ ਬਾਰੇ ਗੱਲ ਨਹੀਂ ਕੀਤੀ, ਜਦੋਂ ਕਿ ਨਵੀਆਂ ਹੋਣੀਆਂ ਚਾਹੀਦੀਆਂ। ਉਹਦੇ 5 ਸਾਲ ਪੂਰੇ ਹੋ ਚੁੱਕੇ ਹਨ, ਕਿਉਂਕਿ ਇਹਦੀ 11 ਵਿੱਚ ਇਲੈਕਸ਼ਨ ਹੋਈ ਸੀ, 16 ਵਿੱਚ ਇਹਦੀ ਟਰਮ ਖਤਮ ਹੋ ਜਾਣੀ ਹੈ 16 ਦੇ ਐਂਡ ਵਿੱਚ। ਇਹ ਨਵੀਆਂ ਹੋਣੀਆਂ ਚਾਹੀਦੀਆਂ ਪਰ ਉਹ ਕਰਵਾ ਨਹੀਂ ਰਹੇ ਜੀ। ਜੋ ਸਾਹਮਣੇ ਇਨਫੋਰਮੇਸ਼ਨ ਆ ਰਹੀ ਹੈ ਕਿ ਹੋਮ ਮਿਨਿਸਟਰ ਨੂੰ ਆਲਰੇਡੀ ਐਪਲੀਕੇਸ਼ਨ ਭੇਜਤੀ ਆ, ਜਦੋਂ ਹੀ ਅਪਰੂਵ ਹੋ ਕੇ ਆਏਗੀ ਬਾਈ ਲਾਅ ਵਿਦਿਨ 3 ਵੀਕਸ ਸ਼੍ਰੋਮਣੀ ਅਕਾਲੀ ਦਲ ਜਾਂ ਪੰਜਾਬ ਸਰਕਾਰ ਇਲੈਕਸ਼ਨ ਕਰਵਾ ਸਕਦੀ ਆ। ਤੇ ਉਹਨਾਂ ਵੱਲੋਂ ਕੋਸ਼ਿਸ਼ ਇਹੀ ਹੋ ਰਹੀ ਆ ਕਿ ਅਕਤੂਬਰ ਦੇ ਅਖੀਰਲੇ ਵੀਕ ਵਿੱਚ ਐਸਜੀਪੀਸੀ ਦੀ ਇਲੈਕਸ਼ਨਾਂ ਕਰਾ ਲਈਆਂ ਜਾਣ। ਹਾਂ, ਨਵੀਆਂ ਚੋਣਾਂ ਹੋਣੀਆਂ ਚਾਹੀਦੀਆਂ। ਅਸੀਂ ਚਿੱਠੀ ਲਿਖਾਂਗੇ ਉਹਨਾਂ ਨੂੰ, ਅਸੀਂ ਡਿਮਾਂਡ ਕਰਾਂਗੇ ਵੀ ਇਹ ਇਲੈਕਸ਼ਨ, ਕਿਉਂਕਿ ਇਹ ਟਰਮ ਪੂਰੀ ਹੋ ਚੁੱਕੀ ਹੈ ਤਾਂ ਬੋਗਸ ਹੋ ਗਈ ਜਿਹੜੀ ਪੁਰਾਣੀ ਐਸਜੀਪੀਸੀ ਹੈ, ਨਵੀਆਂ ਚੋਣਾਂ ਕਰਾਈਆਂ ਜਾਣ। ਪਰ ਸਾਨੂੰ ਉਮੀਦ ਨਹੀਂ ਵੀ ਇਹ, ਕਿਉਂਕਿ ਬਾਦਲ ਬੀਜੇਪੀ ਆਪਸ ਵਿੱਚ ਲਾਈਨ ਹੈ, ਨਵੀਆਂ ਚੋਣਾਂ ਨਹੀਂ ਕਰਾਉਣਗੇ। 5 ਸਾਲ ਇਹਨੂੰ ਸੌਂਪਣਗੇ, ਕੋਸ਼ਿਸ਼ ਕਰਨਗੇ। ਅਸੀਂ ਕੋਸ਼ਿਸ਼ ਕਰਾਂਗੇ ਵੀ ਨਵੀਂ ਚੋਣਾਂ ਹੋਣ ਤਾਂ ਕਿ ਸਿੱਖ ਕੌਮ ਦੀ ਨਵੀਂ ਰਾਏ ਪੈਦਾ ਹੋ ਸਕੇ। ਸਰ, ਦੂਜੇ ਪਾਸੇ ਸਰਬੱਤ ਖਾਲਸਾ ਦੀ ਵੀ ਗੱਲ ਹੋ ਰਹੀ ਹੈ ਕਿ ਸਰਬੱਤ ਖਾਲਸਾ 10 ਨਵੰਬਰ 2016 ਨੂੰ ਆਯੋਜਿਤ ਕੀਤਾ ਜਾਊਗਾ, ਉਹਦੇ ਬਾਰੇ ਤੁਹਾਡੇ ਵਿਚਾਰ। 10 ਨਵੰਬਰ 2016 ਨੂੰ ਜਿਹੜਾ ਹੁਣ ਸਾਰੀ ਸਰਬੱਤ ਖਾਲਸਾ ਜਥੇਬੰਦੀਆਂ ਵੱਲੋਂ ਦੂਜਾ ਸਰਬੱਤ ਖਾਲਸਾ ਹੋ ਰਿਹਾ ਹੈ, ਉਹਦੇ ਵਿੱਚ ਅਸੀਂ ਜੋ ਸਿੱਖ ਕੌਮ ਦੀ ਰਾਏ ਹੈ, ਬਹੁਤ ਸੰਮਤੀ ਦੀ ਰਾਏ ਹੈ, ਉਹਦੇ ਮੁਤਾਬਕ ਅਸੀਂ ਜਿਹੜੇ ਧਾਰਮਿਕ ਸਮਾਜਿਕ ਸਾਰੇ ਮੁੱਦੇ ਹੈ ਜੋ ਸਿੱਖ ਕੌਮ ਦਰਪੇਸ਼ ਆ ਰਹੇ ਹਨ, ਚਾਹੇ ਸਿਆਸੀ ਨੇ, ਚਾਹੇ ਮਾਲੀ ਨੇ, ਚਾਹੇ ਧਾਰਮਿਕ ਨੇ, ਸਾਰੇ ਮੁੱਦਿਆਂ ਨੂੰ ਉਹਦੇ ਵਿੱਚ ਅਸੀਂ ਵਿਚਾਰਾਂਗੇ। ਕਿਉਂਕਿ ਸਿੱਖ ਕੌਮ ਲੰਮੇ ਸਮੇਂ ਤੋਂ ਵੱਡੀਆਂ ਮੁਸ਼ਕਲਾਂ ਨਾਲ ਘਿਰੀ ਹੋਈ ਹੈ, ਸਿਆਸੀ ਸਾਜ਼ਿਸ਼ਾਂ ਵਿੱਚ ਘਿਰੀ ਹੋਈ ਹੈ। ਜਿਹੜੀ ਸਰਬੱਤ ਖਾਲਸਾ ਦਾ ਸਾਡਾ ਮਿਸ਼ਨ ਹੈ ਸਿੱਖ ਕੌਮ ਨੂੰ ਸਾਰੀਆਂ ਮੁਸ਼ਕਲਾਂ 'ਚ ਕੱਢਣਾ, ਸਾਰਿਆਂ ਨੂੰ ਇਕੱਤਰ ਕਰਕੇ। ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ, ਕਿਸੇ ਨਾਲ ਸਾਡਾ ਵਖਰੇਵਾਂ ਨਹੀਂ। ਸਾਰੀ ਜਥੇਬੰਦੀਆਂ ਨੂੰ ਅਸੀਂ ਸੱਦਾ ਦੇਵਾਂਗੇ ਸਰਕਾਰ ਸਾਹਿਬ ਵੀ ਉਸ ਸਰਬੱਤ ਖਾਲਸਾ ਵਿੱਚ ਸ਼ਾਮਲ ਹੋ ਕੇ ਆਪਣੀ ਰਾਏ ਅਨੁਸਾਰ ਸਿੱਖ ਕੌਮ ਦੀ ਰਾਏ ਬਣਾਈ ਜਾਵੇ, ਤਾਂ ਕਿ ਅਸੀਂ ਇਕੱਠੇ ਹੋ ਕੇ ਜਿਹੜੀਆਂ ਸੈਂਟਰਲ ਗੌਰਮੈਂਟ ਦੀਆਂ ਸਾਜ਼ਿਸ਼ਾਂ ਉਹਨਾਂ ਵਿਰੁੱਧ ਅਸੀਂ ਦ੍ਰਿੜਤਾ ਨਾਲ ਤੇ ਮਿਸ਼ਨਰੀ ਨਾਲ ਅਸੀਂ ਲੜ ਸਕੀਏ ਤੇ ਆਪਣੇ ਮਿਸ਼ਨ ਦੀ ਪ੍ਰਾਪਤੀ ਕਰ ਸਕੀਏ। ਇਹ ਸਾਡਾ ਮਿਸ਼ਨ ਹੈ, ਧਾਰਮਿਕ ਮਿਸ਼ਨ ਸਾਡਾ ਹੈ ਸਰਬੱਤ ਖਾਲਸੇ ਦਾ। ਕੁਝ ਮੁੱਦੇ ਸਾਡੇ ਨਾਲ ਤੁਸੀਂ ਦੱਸ ਪਾਓਗੇ ਕਿਹੜੇ ਮੁੱਦੇ ਤੁਸੀਂ ਡਿਸਕਸ ਕਰਨ ਦੀ ਗੱਲ ਕਰ ਰਹੇ ਜੋ, ਕੀ ਕੁਝ ਮੁੱਦੇ ਫਾਈਨਲ ਹੋਏ ਅਜੇ ਤੱਕ? ਮੁੱਦੇ ਤਾਂ ਸਾਰੇ ਅੰਡਰਸਟੈਂਡਿੰਗ ਹੈ। ਸਮੇਂ ਤੋਂ 20 ਸਾਲਾਂ ਹਵਾਰਾ ਸਾਹਿਬ ਨੇ, ਜਗਤਾਰ ਸਿੰਘ ਤਾਰਾ ਨੇ, ਬਲਵੰਤ ਸਿੰਘ ਰਾਜੋਆਨ ਨੇ, ਗੁਰਪਾਲ ਸਿੰਘ ਭੁੱਟ ਨੇ, ਔਰ ਅਨੇਕਾਂ ਹੀ ਬਹੁਤ ਲਖਵਿੰਦਰ ਸਿੰਘ ਲੱਖਾ ਹੈ, ਬਹੁਤ ਸਾਰੇ ਨੌਜਵਾਨ ਨੇ ਜਿਹੜੇ 18 ਸਾਲ ਦੀ ਸਜ਼ਾ ਪੂਰੀਆਂ ਕਰ ਚੁੱਕੇ ਹਨ, ਜਿਹਨਾਂ ਕੋਲ ਦੋਸ਼ ਕੋਈ ਨਹੀਂ। ਉਹ ਇੱਕ ਕੌਮ ਦੀ ਲੜਾਈ ਲੜੇ ਨੇ, ਉਹਨਾਂ ਉੱਪਰ ਕੋਈ ਦੋਸ਼ ਨਹੀਂ ਹੈ, ਪਰ ਫਿਰ ਵੀ ਉਹ 20 ਸਾਲਾਂ ਦੀ ਲੜਾਈ ਆਪਣੀਆਂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ। ਜਿੱਥੇ ਸੂਰਜ ਸਿੰਘ ਖਾਲਸਾ ਦੀ ਜਿਹੜੀ ਚੱਲੀ ਸੀ ਵੇਵ, ਉਹ ਸਾਰੀ ਉਹ ਅਜੇ ਤੱਕ ਉਹਦੇ ਵਿੱਚ ਕੋਈ ਇਨਸਾਫ ਨਹੀਂ ਮਿਲਿਆ। ਤੇ ਜਿਹੜੇ ਆਪਣੇ ਪਾਣੀਆਂ ਦੇ ਮੁੱਦੇ ਨੇ, ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ, ਹੈੱਡ ਬਿਜਲੀ ਜਿਹੜੀ ਸਾਡੀ ਪੰਜਾਬ ਦੀ ਬਿਜਲੀ ਪੈਦਾ ਹੁੰਦੀ ਹੈ ਉਹ ਸਾਰੀ ਦਿੱਲੀ ਨੂੰ, ਹੋਰ ਸੂਬਿਆਂ ਨੂੰ ਜਾਈ ਜਾਂਦੀ ਹੈ। ਸਾਨੂੰ ਲੁੱਟ-ਖਸੁੱਟ, ਸਾਡੀਆਂ ਜ਼ਿਮੀਂਦਾਰਾਂ ਦੀ ਫਸਲਾਂ ਦੇ ਨਾਲ ਲੁੱਟ-ਖਸੁੱਟ, ਖਾਦਾਂ ਵਿੱਚ ਮਿਲਾਵਟ, ਰਿਸ਼ਵਤਖੋਰੀ, ਬੇਰੁਜ਼ਗਾਰੀ, ਇਹ ਸਾਰੇ ਜਿਹੜੇ ਮੁੱਦੇ ਹੈ, ਜਿਹੜੀ ਪੰਜਾਬ ਦੇ ਸਾਰੇ ਮਸਲੇ ਨੇ, ਸਿੱਖ ਕੌਮ ਦੇ ਮਸਲੇ ਨੇ, ਉਹਦੇ ਵਿੱਚ ਸਾਰੇ ਇਹ ਵਿਚਾਰੇ ਜਾਣਗੇ। ਸਾਰਿਆਂ ਨੂੰ ਅਸੀਂ ਬਹੁਤ ਸੰਮਤੀ ਨਾਲ ਜੋ ਰਾਏ ਹੋਏਗੀ ਉਹਦੇ ਨੂੰ ਅੱਗੇ ਵਧਾਂਗੇ ਤੇ ਸੈਂਟਰਲ ਗਵਰਨਮੈਂਟ ਨਾਲ ਲੜਾਈ ਲੜਾਂਗੇ। ਦਿੱਲੀ ਨਾਲ ਗੱਲ ਕਰਕੇ ਅਸੀਂ ਕੌਮਾਂਤਰੀ ਪੱਧਰ ਤੇ ਸੈਂਟਰਲ ਗਵਰਨਮੈਂਟ ਨੂੰ ਅਸੀਂ ਮਿਹਨਤ ਕਰਾਂਗੇ ਤਾਂ ਕਿ ਉਹ ਸਾਡੀਆਂ ਗੱਲਾਂ ਨੂੰ ਪ੍ਰਵਾਨ ਕਰ ਸਕੇ। ਜੀ ਸਿੰਘ ਸਾਹਿਬ, ਗੱਲ ਕਰੀਏ ਜਦੋਂ ਪਿਛਲੀ ਵਾਰ ਸਰਬੱਤ ਖਾਲਸਾ ਹੋਇਆ ਸੀ, ਜਿਹੜੇ ਮੁੱਦੇ ਉਦੋਂ ਵਿਚਾਰੇ ਗਏ ਸੀ, ਕਿ ਉਹ ਮੁੱਦਿਆਂ ਦਾ ਕੋਈ ਸਮਾਧਾਨ ਅਜੇ ਤੱਕ ਹੋਇਆ ਕਿ ਉਹ ਮੁੱਦੇ ਵੀ ਸਾਡੇ ਵਾਸਤੇ ਉਦਾਂ ਹੀ ਖੜੇ ਨੇ? ਜਿਹੜੇ ਪਿਛਲੇ ਸਰਬੱਤ ਖਾਲਸਾ ਵਿੱਚ ਮੁੱਦੇ ਵਿਚਾਰੇ ਗਏ ਸੀ ਉਹਦੇ ਵਿੱਚ ਇਹ ਗੱਲ ਕੀਤੀ ਗਈ ਸੀ ਕਿ ਜਿਹੜੇ ਅਸੀਂ ਇਹ ਮਿਸ਼ਨ ਪੂਰੇ ਕਰ ਰਹੇ ਹਾਂ ਅਗਲੇ ਸਰਬੱਤ ਖਾਲਸਾ ਵਿੱਚ ਸਾਰੀ ਰਾਏ ਨਾਲ, ਉਹਦੇ ਵਿੱਚ ਕੁਝ ਪਹਿਲੇ ਸਰਬੱਤ ਖਾਲਸਾ ਵਿੱਚ ਕੁਝ ਜਥੇਬੰਦੀਆਂ ਬਾਹਰ ਰਹਿ ਗਈਆਂ ਸੀ। ਸਾਡੀ ਇਹ ਕੋਸ਼ਿਸ਼ ਹੋਵੇਗੀ ਸਾਰੀਆਂ ਜਥੇਬੰਦੀਆਂ, ਚਾਹੇ ਸਾਡੀ ਵਿਚਾਰਧਾਰਾ ਮਿਲਦੀ ਹੈ ਚਾਹੇ ਨਹੀਂ ਮਿਲਦੀ, ਕਿ ਸਿੱਖ ਕੌਮ ਦੇ ਮਸਲੇ ਸਾਂਝੇ ਨੇ, ਪੰਜਾਬ ਦੇ ਮਸਲੇ ਸਾਂਝੇ ਨੇ, ਅਸੀਂ ਉਹਨਾਂ ਮੁੱਦਿਆਂ ਨੂੰ ਲੈ ਕੇ ਉਹਨਾਂ ਦੀ ਰਾਏ, ਉਹਨਾਂ ਨੂੰ ਆਪਣੀ ਪ੍ਰਵਾਨਗੀ ਲੈ ਕੇ ਉਹਨਾਂ ਨੂੰ ਆਪਣੀ ਨਾਲ ਸਹਿਮਤ ਕਰਨਾ ਚਾਹੁੰਦੇ ਹਾਂ। ਸਹਿਮਤ ਕਰਕੇ ਸਾਰੇ ਜਥੇਬੰਦੀਆਂ ਅੱਗੇ ਤਾਂ ਕਿ ਦ੍ਰਿੜਤਾ ਨਾਲ ਆਪਣੀ ਕੌਮੀ ਲੜਾਈ
ਜਿਹੜੀ ਪੰਜਾਬ ਦੀ ਲੜਾਈ ਨੂੰ ਅੱਗੇ ਵਧਾ ਸਕੀਏ ਤੇ ਮਿਸ਼ਨ ਦੀ ਪ੍ਰਾਪਤੀ ਕਰ ਸਕੀਏ। ਸਰ ਕੁਝ ਜਥੇਬੰਦੀਆਂ ਇਹ ਵੀ ਕਹਿ ਰਹੀਆਂ ਨੇ ਕਿ ਇਹ ਜੋ ਸਰਬਤ ਖਾਲਸਾ ਆਰਗੇਨਾਈਜ਼ ਹੋ ਰਿਹਾ ਵਾ ਇਹ ਕਿਤੇ ਨਾ ਕਿਤੇ ਪੋਲੀਟੀਕਲ ਮੋਟੀਵੇਟਡ ਆ। ਤੇ ਥੋੜੇ ਦਿਨ ਪਹਿਲਾਂ ਅਸੀਂ ਇੱਕ ਪੰਜਾਬ ਤੋਂ ਗੈਸਟ ਨਾਲ ਗੱਲ ਕਰ ਰਹੇ ਸੀ, ਉਹ ਕਹਿ ਰਹੇ ਸੀ ਕਿ ਕਿਤੇ ਨਾ ਕਿਤੇ ਰਾਜਨੀਤੀ ਨੂੰ ਅੱਡ ਰੱਖ ਕੇ ਜੇ ਸਰਬਤ ਖਾਲਸਾ ਕੀਤਾ ਜਾਵੇ ਤੇ ਉਹਦੇ ਵਿੱਚ ਅਸੀਂ ਸ਼ਮੂਲੀਅਤ ਕਰਾਂਗੇ, ਅਦਰਵਾਈਜ਼ ਅਸੀਂ ਸ਼ਮੂਲੀਅਤ ਨਹੀਂ ਕਰਾਂਗੇ। ਜੇ ਕੁਝ ਜਥੇਬੰਦੀਆਂ ਨੇ ਜੋ ਤੁਸੀਂ ਜੋ ਸਰਬਤ ਖਾਲਸਾ 10 ਨਵੰਬਰ ਨੂੰ ਕਰਾਉਣ ਦੀ ਗੱਲ ਕਰ ਰਹੇ ਜੋ ਉਹ 'ਚ ਸ਼ਮੂਲੀਅਤ ਨਹੀਂ ਕੀਤੀ ਤੇ ਤੁਹਾਡੇ ਜਾਂ ਤੁਹਾਡੀ ਆਰਗੇਨਾਈਜੇਸ਼ਨ ਦੇ ਉਹਦੇ ਉਹਨਾਂ ਜਥੇਬੰਦੀਆਂ ਉੱਤੇ ਕੀ ਵਿਚਾਰ ਨੇ? ਜਿਹੜੀ ਸਰਬਤ ਖਾਲਸਾ ਅਸੀਂ ਹੁਣ ਕਰਨ ਜਾ ਰਹੇ ਹਾਂ ਉਹਦੇ ਸੰਬੰਧ ਵਿੱਚ ਪਿਛਲੇ 2 ਦਿਨਾਂ ਤੋਂ ਸ੍ਰੀ ਕੇਸਗੜ੍ਹ ਸਾਹਿਬ ਤੱਕ ਤੇ ਅਨੰਦਪੁਰ ਸਾਹਿਬ ਮੀਟਿੰਗਾਂ ਹੋ ਰਹੀਆਂ। ਕੱਲ੍ਹ ਮੀਟਿੰਗ ਖਤਮ ਹੋਈ ਹੈ, ਉਹਦੇ 'ਚ ਅਸੀਂ ਇਹ ਸਪਸ਼ਟ ਕੀਤਾ ਹੈ ਜਿਹੜਾ ਸਰਬਤ ਖਾਲਸਾ ਤੇ ਇਲੈਕਸ਼ਨਾਂ 2 ਮੁੱਦੇ ਆ ਵੱਖਰੇ ਵੱਖਰੇ। ਸਰਬਤ ਖਾਲਸਾ ਵਿੱਚ ਅਸੀਂ ਇਲੈਕਸ਼ਨ ਨੂੰ ਜਾਂ ਸਿਆਸੀ ਗੱਲ ਨੂੰ ਨਹੀਂ ਬਿਲਕੁਲ ਵੀ ਆਉਣ ਦੇਵਾਂਗੇ। ਉਹ ਧਾਰਮਿਕ ਮੁੱਦਿਆਂ ਸਾਡੀਆਂ ਧਾਰਮਿਕ ਸਾਡੇ ਮਸਲੇ ਨੇ ਸਿੱਖ ਕੌਮ ਦੇ, ਪੰਜਾਬ ਨਾਲ ਸੰਬੰਧਿਤ ਮਸਲੇ ਨੇ ਸਿੱਖ ਕੌਮ ਦੇ, ਉਹ ਅਸੀਂ ਉਹਦੇ ਵਿੱਚ ਵਿਚਾਰਾਂਗੇ। ਤਾਂ ਉਹਦੇ ਇਹ ਜਿਹੜੀ ਇਲੈਕਸ਼ਨ ਆ ਇਹ ਵੱਖਰਾ ਇਸ਼ੂ ਹੈ। ਸਾਡਾ ਸਰਬਤ ਖਾਲਸਾ ਦਾ ਜਿਹੜਾ ਉਹ ਸਾਰਿਆਂ ਦੀ ਸਿੱਖ ਕੌਮ ਦਾ ਮਸਲੇ ਨੇ, ਜਿਹੜੀ ਇਲੈਕਸ਼ਨ ਆ ਉਹਦੇ 'ਚ ਸਾਰੇ ਦੁਨੀਆਂ ਦੇ ਸਿੱਖਾਂ ਦੇ ਮਸਲੇ ਹੋਰ ਦੂਜੀਆਂ ਕੌਮਾਂ ਦੇ ਮਸਲੇ ਨੇ ਉਹ ਅਸੀਂ ਵਿਚਾਰਾਂਗੇ। ਸਰਬਤ ਖਾਲਸਾ ਸਿੱਖ ਕੌਮ ਨਾਲ ਸੰਬੰਧਿਤ ਜਿਹੜੇ ਮਸਲੇ ਆ ਸਾਰੇ ਵਿਚਾਰਾਂਗੇ। ਅੱਜ ਜੇ ਦੇਖੀਏ ਤੇ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਦਾ SGPC ਉੱਤੇ ਤੇ SGPC ਦਾ ਅਸੀਂ ਜਾਣਦੇ ਹੀ ਹਾਂ ਕਿ ਇਤਿਹਾਸਿਕ ਗੁਰਦੁਆਰਿਆਂ ਉੱਤੇ ਕੰਟਰੋਲ ਆ। ਕੀ ਸਰਬਤ ਖਾਲਸਾ ਦਾ ਇੱਕ ਮੁੱਦਾ ਇਹ ਵੀ ਹੋਊਗਾ ਕਿੱਦਾਂ ਅਕਾਲ ਤਖਤ ਨੂੰ ਸ਼੍ਰੋਮਣੀ ਅਕਾਲੀ ਦਲ ਕਹੋ ਜਾਂ ਕੋਈ ਹੋਰ ਪੋਲੀਟੀਕਲ ਪਾਰਟੀ ਕਹੋ ਉਹ ਤੋਂ ਆਜ਼ਾਦ ਕਰਾਇਆ ਜਾਵੇ, ਜੋ ਕਿ ਸ਼ਾਇਦ ਸਿੱਖਾਂ ਦੀ ਇੱਕ ਬਹੁਤ ਵੱਡਾ ਇਸ਼ੂ ਆ। ਤੇ ਜੇ ਅਕਾਲ ਤਖਤ ਅੱਜ ਆਜ਼ਾਦ ਹੁੰਦਾ ਹੈ ਤੇ ਕਈ ਸਮੱਸਿਆ ਜੋ ਸਿੱਖਾਂ ਨੂੰ ਸਾਹਮਣਾ ਕਰਨਾ ਪੈ ਰਹੀਆਂ ਉਹ ਸਮੱਸਿਆ ਦਾ ਸ਼ਾਇਦ ਸਾਨੂੰ ਸੋਲੂਸ਼ਨ ਲੱਭ ਜੇ। ਇਹ ਜਿਹੜਾ ਕੁਐਸਚਨ ਤੁਸੀਂ ਕੀਤਾ ਹੈ ਬਹੁਤ ਹੀ ਗੰਭੀਰ ਤੇ ਸੰਜੀਦਾ ਕੁਐਸਚਨ, ਬੜਾ ਅੱਛਾ ਕੁਐਸਚਨ ਹੈ। ਜਿਹੜੀ ਅਕਾਲ ਤਖਤ ਹੈ ਇਹ ਸਿਆਸੀ ਪਾਰਟੀਆਂ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਕਬਜ਼ੇ ਹੇਠ ਹੈ। ਜਿਹੜੇ ਆਪਣੇ ਸਵਾਰਥਾਂ ਲਈ ਅਕਾਲ ਤਖਤ ਦੀ ਜਿਹੜੀ ਪ੍ਰਭੂ ਸੱਤਾ ਹੈ, ਜੋ ਉਹਦੀ ਸੋਵਰੈਂਟੀ ਹੈ, ਉਹਨੂੰ ਮਿਸਯੂਜ਼ ਕਰ ਰਹੇ ਨੇ ਕਾਫੀ ਲੰਮੇ ਸਮੇਂ ਤੋਂ। ਇਹ ਹਰ ਸਿੱਖ ਇਹ ਮਹਿਸੂਸ ਕਰ ਰਿਹਾ ਹੈ। ਇਸੇ ਨੂੰ ਲੈ ਕੇ ਲੜਾਈ ਚੱਲੀ ਸੀ ਜਿਹੜੀ SGPC ਦੀ ਚੱਲੀ ਸੀਗੀ, ਉਹਦੇ ਵਿੱਚ ਥੋੜਾ ਜਿਹਾ ਡਿਫਰੈਂਸਿਸ ਇਹ ਹੋ ਗਏ। ਕੁਝ ਜਥੇਬੰਦੀਆਂ ਜਿਹੜੀਆਂ ਪੰਥਕ ਜਥੇਬੰਦੀਆਂ ਉਹ ਵੀ ਕੌਮੀ ਗੱਲ ਚਾਹੁੰਦੀਆਂ, ਲੇਕਿਨ ਉਹਨਾਂ ਦੀ ਅੰਡਰਸਟੈਂਡਿੰਗ ਸਰਦਾਰ ਸਿਮਰਨਜੀਤ ਸਿੰਘ ਮਾਨ ਨਾਲ ਜਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਪਾਲਿਸੀ ਨਾਲ ਨਹੀਂ ਹੋ ਸਕੀ। ਪਾਲਿਸੀ ਵੱਖਰੀ ਹੋ ਸਕਦੀ ਹੈ, ਪਰ ਅਕਾਲ ਤਖਤ ਦਾ ਮੁੱਦਾ ਸਾਰੇ ਸਿੱਖਾਂ ਦਾ ਸਾਂਝਾ ਮੁੱਦਾ ਹੈ। ਉਹਨੂੰ ਆਜ਼ਾਦ ਕਰਾਉਣਾ ਸਾਰਾ ਮਿਸ਼ਨ ਹੈ। ਉਹਦੇ ਵਿੱਚ ਸਾਰਿਆਂ ਨੂੰ ਸਹਿਯੋਗ ਕਰਨਾ ਬਣਦਾ ਹੈ। ਉਹਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਕਾਫੀ ਲੰਮੇ ਸਮੇਂ ਤੋਂ ਲਾ ਦੇ ਨਾਲ ਗੱਲ ਕਰਦੇ ਆ ਰਹੇ ਨੇ। ਪੂਰੇ ਕੌਮਾਂਤਰੀ ਪੱਧਰ ਤੇ ਉਹਨਾਂ ਨੇ ਗੱਲ ਨੂੰ ਪ੍ਰੋਜੈਕਟ ਕੀਤਾ ਵੀ ਜਿਹੜੀ SGPC ਹੈ ਉਹਨੂੰ ਸਾਹਿਬ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ BJP ਦੇ RSS ਬਾਰੇ ਮਿਸਯੂਜ਼ ਕਰ ਰਹੇ ਨੇ। ਇਹਨੂੰ ਅਸੀਂ ਯਾਦ ਕਰਾ ਕੇ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਸੋਚ ਦਿੱਤੀ ਹੈ, ਸਿਧਾਂਤ ਦਿੱਤੀ ਹੈ ਆਜ਼ਾਦੀ ਦੀ, ਉਹ ਸਿੱਖ ਕੌਮ ਦੀ ਜਿਹੜੀ ਪ੍ਰਭੂ ਫਤਿਹ ਹੈ, ਜੋ ਅਕਾਲ ਤਖਤ ਦੀ ਸੰਪੂਰਨ ਆਜ਼ਾਦੀ ਹੈ, ਆਪਣੀ ਆਜ਼ਾਦ ਹੋਣ ਨਾਲ ਜਿਵੇਂ ਅਕਾਲੀ ਫੁੱਲਾ ਸਿੰਘ ਆਪਣੇ ਤੌਰ ਤੇ ਵੱਖਰੇ ਆਪਣੇ ਆਜ਼ਾਦੀ ਤੌਰ ਤੇ ਫੈਸਲੇ ਕਰ ਰਹੇ ਹਨ, ਉਸ ਤਰ੍ਹਾਂ ਦੇ ਫੈਸਲੇ ਹੋਣ, ਨਾ ਕਿ ਕਿਸੇ ਦੇ ਪ੍ਰਭਾਵ ਦਾ ਦਬਾਅ ਥੱਲੇ ਆ ਕੇ ਜਾਂ ਸਿਆਸੀ ਸੋਚ ਦੇ ਦਬਾਅ ਥੱਲੇ ਆ ਕੇ ਫੈਸਲੇ ਹੋਣ। ਸਿੱਖ ਕੌਮ ਦੀ ਜਿਹੜੀ ਰਾਏ ਆ ਉਹ ਗੁਰੂ ਸਾਹਿਬਾਨ ਦੀ ਸੋਚ, ਗੁਰੂ ਗ੍ਰੰਥ ਸਾਹਿਬ ਦੀ ਸੋਚ ਦੇ ਮੁਤਾਬਕ ਚੱਲੇ, ਆਜ਼ਾਦ ਹੋਵੇ। ਫਿਰ ਕੋਈ ਵੀ ਸਿੱਖਾਂ ਨੂੰ ਗੱਲ ਰੁਕਾਵਟ ਨਹੀਂ ਆ ਸਕੀ। ਜਦੋਂ ਅਸੀਂ ਯਾਦ ਕਰਾ ਲਾਂਗੇ ਅਕਾਲ ਤਖਤ ਨੂੰ, ਸਾਡੇ ਸਾਰੇ ਮਸਲੇ ਖੁਦ ਬ ਖੁਦ ਮਸਲੇ ਹੱਲ ਹੋ ਜਾਣਗੇ। ਇਹਦੇ ਵਿੱਚ ਅਸੀਂ ਬੇਨਤੀ ਕਰਾਂਗੇ ਹਰ ਗੁਰਸਿੱਖ ਨੂੰ, ਹਰ ਪਾਰਟੀ ਨੂੰ, ਹਰ ਜਥੇਬੰਦੀ ਨੂੰ, ਜਿਹੜੀ ਵੀ ਚਾਹੇ ਸਾਡੇ ਨਾਲ ਵਿਚਾਰਾਂ ਦਾ ਵਖਰੇਵਾਂ ਹੈ, ਚਾਹੇ ਉਹ ਸਾਡੇ ਨਾਲ ਸਹਿਮਤ ਹੈ ਜਾਂ ਨਹੀਂ ਸਹਿਮਤ, ਲੇਕਿਨ ਅਸੀਂ ਜਿਹੜੇ ਵਿਚਾਰਾਂ ਨੂੰ ਸਹਿਮਤ ਪਾਸੇ ਰੱਖ ਕੇ ਅਕਾਲ ਤਖਤ ਦੀ ਜਿਹੜੀ ਆਜ਼ਾਦੀ ਹੈ ਜਾਂ ਪ੍ਰਭੂ ਸੱਤਾ ਉਹਦੇ ਵਾਸਤੇ ਇਕੱਠੇ ਹੋ ਕੇ ਕੰਮ ਕਰਨ, ਤਾਂ ਕਿ ਅਸੀਂ ਜਿਹੜੀ ਹੈ ਅਕਾਲ ਤਖਤ ਦੀ ਹੋਂਦ ਨੂੰ ਕਾਇਮ ਰੱਖ ਸਕੀਏ ਵਰਲਡ ਲੈਵਲ ਤੇ। ਸਰ ਤੁਸੀਂ ਜਦੋਂ ਮੈਂ ਸਵਾਲ ਪੁੱਛਿਆ ਆਪੇ ਕਿਹਾ ਕਿ ਬੜਾ ਵਧੀਆ ਸਵਾਲ ਆ, ਤੇ ਕੀ ਜਦੋਂ ਤੁਸੀਂ ਸਰਬਤ ਖਾਲਸਾ ਚ ਆਪਣੇ ਇਨਪੁਟਸ ਲੈ ਰਹੇ ਜੋ ਕਿ ਇਹ ਵਾਲਾ ਪੁਆਇੰਟ ਤੁਹਾਡਾ ਮੁੱਖ ਪੁਆਇੰਟ ਨਹੀਂ ਹੋਣਾ ਚਾਹੀਦਾ ਕਿ ਅਸੀਂ ਅਕਾਲ ਤਖਤ ਨੂੰ ਕਿੱਦਾਂ ਆਜ਼ਾਦ ਕਰਾਵਾਂਗੇ? ਭਾਵੇਂ ਪਿਛਲੇ ਸਰਬਤ ਖਾਲਸਾ ਵਿੱਚ ਜਥੇਦਾਰ ਅਪਾਇੰਟ ਕੀਤੇ ਗਏ ਪਰ ਅਜੇ ਤੱਕ ਉਹ ਜਥੇਦਾਰ ਕਾਰਜਰਤ ਨਹੀਂ ਹੋ ਪਾਏ। ਮੈਂ ਤੇ ਕਹੂੰਗਾ ਕਿ ਸਿੱਖਾਂ ਵਿੱਚ ਦੁਬਿਧਾ ਵਾ ਕਿ ਇੱਕ ਪਾਸੇ ਉਹ ਜਥੇਦਾਰ ਨੇ ਜੋ SGPC ਨੇ ਅਪਾਇੰਟ ਕੀਤੇ ਨੇ, ਇੱਕ ਪਾਸੇ ਉਹ ਜਥੇਦਾਰ ਨੇ ਜੋ ਸਰਬਤ ਖਾਲਸਾ ਨੇ ਅਪਾਇੰਟ ਕੀਤੇ ਨੇ। ਕਿ ਪਿਛਲੇ ਸਰਬਤ ਖਾਲਸਾ ਵਿੱਚ ਵੀ ਇਹ ਕੋਸ਼ਿਸ਼ ਨਹੀਂ ਕੀਤੀ ਜਾਣੀ ਚਾਹੀਦੀ ਸੀ ਕਿ ਅਸੀਂ ਸਿਸਟਮ ਬਣਾਈਏ ਕਿ ਕਿੱਦਾਂ ਅਕਾਲ ਤਖਤ ਨੂੰ ਆਜ਼ਾਦ ਕੀਤਾ ਜਾਵੇ ਇੰਸਟੈਡ ਆਫ ਨਵੇਂ ਜਥੇਦਾਰ ਅਪਾਇੰਟ ਕਰਨ ਦੇ? ਇਹਦੀ ਖਾਲਸਾ ਦੀ ਬੇਨਤੀ ਹੈ ਵੀ ਜਿਹੜੀ ਸਾਡੀ SGPC ਹੈ, ਤਰਾਸਰੀ ਹੈ ਸਾਡੀ, ਇਹ ਇੰਡੀਅਨ ਕਾਨੂੰਨ, ਇੰਡੀਅਨ ਕੌਂਸਟੀਟਿਊਸ਼ਨ ਦੇ ਮੁਤਾਬਕ ਹੋਂਦ ਵਿੱਚ ਆਈ ਹੈ। ਇਹ ਇੰਡੀਅਨ ਕਾਨੂੰਨ ਦੇ ਅੰਦਰ ਹੈ। SGPC ਦੀ ਜਿਹੜੀ ਸਾਰੀ ਪ੍ਰੋਜੈਕਸ਼ਨ ਹੈ, ਜਿਹੜੀ ਸਾਰੀ ਦੀ ਹੋਂਦ ਹੈ, ਉਹ ਕਾਨੂੰਨ ਦੇ ਅੰਦਰ ਆਉਂਦੀ ਹੈ।
ਹਾਲਾਂਕਿ ਇਹ ਵਰਲਡ ਲੈਵਲ ਤੇ ਆਜ਼ਾਦ ਹੋਣੀ ਚਾਹੀਦੀ ਹੈ। ਇਹਨਾਂ ਵਿੱਚ ਕਦੇ ਸਿਰਫ 4 ਸਟੇਟਾਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ ਦੀ ਜਿਹੜੀ ਹੈ SGPC ਨਹੀਂ ਹੋਣੀ ਚਾਹੀਦੀ। ਸਾਰੇ ਹਿੰਦੁਸਤਾਨ ਦੀ, ਸਾਰੇ ਵਰਲਡ ਦੇ ਇਹਦੇ ਵਿੱਚ ਨੁਮਾਇੰਦੇ ਹੋਣੇ ਚਾਹੀਦੇ ਹਨ। ਉਹ ਸਿਸਟਮ ਨੂੰ ਲਾਗੂ ਕਰਨ ਵਾਸਤੇ ਅਸੀਂ ਪਿਛਲੀ ਸਰਬੱਤ ਖਾਲਸਾ ਵਿੱਚ ਆਪਣੇ ਗਲੋਬਲ ਲੈਵਲ ਤੇ ਇਹਦੇ ਵਿੱਚ ਨੁਮਾਇੰਦੇ ਲਿਆਉਣ ਵਾਸਤੇ ਜਿਹੜੀ ਸਿੱਖ ਪਾਰਲੀਮੈਂਟ ਹੈ, ਸਾਡੀ ਸਿੱਖ ਪਾਰਲੀਮੈਂਟ ਹੈ SGPC, ਇਹਦੇ ਵਿੱਚ ਅਸੀਂ ਵਰਲਡ ਲੈਵਲ ਤੇ ਹਰ ਕੰਟਰੀ ਵਿੱਚੋਂ ਇੱਕ 2 ਮੈਂਬਰ, ਜਾਂ ਜਿਵੇਂ ਅਸੀਂ ਦੂਜੇ ਸਟੇਟਾਂ ਵਿੱਚੋਂ ਸਿਰਫ 4 ਸਟੇਟਾਂ ਨੂੰ ਛੱਡ ਕੇ ਬਾਕੀ ਸਟੇਟਾਂ 'ਚ ਵੀ ਇਹ ਬੰਦੇ ਆਉਣੇ ਚਾਹੀਦੇ ਨੇ। ਜਦੋਂ ਸਾਡੇ ਸਾਰੇ ਵਰਲਡ ਲੈਵਲ ਤੇ ਸਿੱਖਾਂ ਦੇ ਨੁਮਾਇੰਦੇ ਆ ਜਾਣਗੇ, ਉਹ ਫਿਰ ਇਹਦੀ ਫੈਸਲਾ ਕਰਨਗੇ ਵੀ ਇਹਨੂੰ ਖਾਲਸਾ ਨੂੰ ਕਿਵੇਂ ਯਾਦ ਰੱਖਣਾ, ਕਿਵੇਂ ਜੱਥਾਂ ਦੀ ਨਿਯੁਕਤੀ ਹੈ ਜਿਹੜੀ ਉਹਨੂੰ ਬਿਨਾਂ ਪ੍ਰਭਾਵਿਤ ਰੱਖਣਾ, ਕਿਵੇਂ ਉਹਨਾਂ ਦੀ ਜਿਹੜੀ ਬਰਖਾਸਤਗੀਆਂ ਉਹ ਕਿਸੇ ਪ੍ਰਭਾਵਿਤ ਨਹੀਂ ਹੋਣਗੀਆਂ। ਜਿਵੇਂ ਹੁਣ ਬਾਦਲ ਸਾਹਿਬ ਨੇ ਲਿਫਾਫੇ 'ਚੋਂ ਕੱਢ ਲੈਂਦੇ ਨੇ, ਆਪਣੇ ਲਿਫਾਫੇ 'ਚ ਬੰਦ ਕਰ ਦਿੰਦੇ ਨੇ। ਇਹ ਜਿਹੜਾ ਸਿਸਟਮ ਹੈ ਬਿਲਕੁਲ ਗਲਤ ਹੋ ਰਿਹਾ। ਸਿੱਖ ਕੌਮ ਇਸ ਗੱਲ ਦੀ ਸਿੱਖ ਧਰਮ ਦੇ ਅਸੂਲ ਇਸ ਗੱਲ ਦੀ ਯਾਦ ਨਹੀਂ ਦਿੰਦੇ। ਇਹ ਕਦੇ ਹੋ ਸਕਦਾ ਜੇ ਸਾਰੇ ਸਿੱਖ ਇਕੱਠੇ ਹੋ ਕੇ ਵਰਲਡ ਦੇ ਸਾਰੇ ਜਿੰਨੇ ਵੀ ਨੁਮਾਇੰਦੇ ਆ, ਜਿੰਨੇ ਜਥੇਬੰਦੀਆਂ ਇਕੱਠੇ ਹੋ ਕੇ ਸਿੱਖ ਪਾਰਲੀਮੈਂਟ ਨੂੰ ਇਲੈਕਟਡ ਬੋਡੀ ਵਧੀਆ ਤਰੀਕੇ ਨਾਲ ਬਣਾਓ, ਆਪ ਆਜ਼ਾਦ ਤੌਰ ਤੇ ਬਣਾ ਸਕਾਂਗੇ ਇੰਡੀਅਨ ਕਾਨੂੰਨ ਤੋਂ ਪਾਸੇ ਕਰਕੇ, ਫਿਰ ਹੋਗੇ। ਇਸੇ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਇੱਕ ਸਵਾਲ ਹੋਰ ਪੁੱਛੂਗਾ, ਉਸ ਤੋਂ ਬਾਅਦ ਮੇਰੇ ਨਾਲ ਕੁਝ ਪੈਨਲਿਸਟ ਨੇ, ਉਹ ਤੁਹਾਡੇ ਨਾਲ ਗੱਲਬਾਤ ਕਰਨਗੇ। ਤੁਸੀਂ ਸਰਬੱਤ ਖਾਲਸਾ ਵਰਡ ਦੀ ਗੱਲ ਕਰ ਰਹੇ ਜੋ, ਸਾਰੇ ਸਿੱਖਾਂ ਨੂੰ ਮਿਲਾਉਣ ਦੀ ਗੱਲ ਕਰ ਰਹੇ ਜੋ, ਪਰ ਆਮ ਤੌਰ ਤੇ ਸਾਰੇ ਸਿੱਖਾਂ ਤੋਂ ਸਲਾਹ ਜਾਂ ਗੱਲਬਾਤ ਨਹੀਂ ਕੀਤੀ ਜਾਂਦੀ। ਸਿਰਫ ਕੁਝ ਆਗੂਆਂ ਨੂੰ, ਜੋ ਕਿ ਹੋ ਸਕਦਾ ਸਾਰੀ ਦੁਨੀਆ ਵਿੱਚ USA, ਕੈਨੇਡਾ ਜਾਂ ਬਾਕੀ ਦੇਸ਼ਾਂ ਦੇ ਆਗੂਆਂ ਨਾਲ ਗੱਲ ਕੀਤੀ ਜਾਂਦੀ ਆ। ਕਿਤੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਜਾਂਦੀ ਕਿ ਹਰ ਸਿੱਖ ਤੱਕ ਅਪਰੋਚ ਕੀਤੀ ਜਾਵੇ। ਮੈਂ ਮੰਨਦਾ ਹਾਂ ਹਰ ਸਿੱਖ ਤੱਕ ਅਪਰੋਚ ਤੇ ਨਹੀਂ ਕੀਤੀ ਜਾ ਸਕਦੀ, ਪਰ ਅੱਜ ਕੱਲ ਜੇ ਪੋਲੀਟੀਕਲ ਪਾਰਟੀਆਂ ਵੀ ਦੇਖਾਂ ਤੇ ਉਹ ਵੀ ਨੁੱਕੜ ਸਭਾ ਕਰਕੇ, ਛੋਟੇ ਮੀਟਿੰਗਸ ਕਰਕੇ, ਜਿੱਥੇ ਕਿ ਛੋਟੀ ਗੈਦਰਿੰਗ ਹੋ ਸਕੇ, ਇਨਪੁਟ ਸਿੱਖਾਂ ਤੋਂ ਲਈ ਜਾ ਸਕੇ, ਉਸ ਇਨਪੁਟ ਤੇ ਕੰਮ ਕੀਤਾ ਜਾਵੇ। ਉਹ ਕੋਸ਼ਿਸ਼ ਮੈਨੂੰ ਨਾ ਪਿਛਲੇ ਸਰਬੱਤ ਖਾਲਸਾ ਦਿਖ ਰਹੀ ਸੀ, ਨਾ ਤੁਸੀਂ ਹੁਣ ਜਿਹੜਾ ਸਰਬੱਤ ਖਾਲਸਾ ਕਰਨ ਦੀ ਗੱਲ ਕਰ ਰਹੇ ਜੋ ਉਹਦੇ ਵਿੱਚ ਦਿਖ ਰਹੀ ਆ। ਸਿਰਫ ਜੋ ਆਗੂਸ ਨੇ ਉਹਨਾਂ ਨੂੰ ਲੈ ਕੇ ਗੱਲਾਂ ਕੀਤੀਆਂ ਜਾ ਰਹੀਆਂ ਨੇ, ਤੇ ਕਿਤੇ ਨਾ ਕਿਤੇ ਆਗੂ ਪੋਲੀਟੀਕਲੀ ਕਨੈਕਟਡ ਹੁੰਦੇ ਆ। ਜੇ ਕੈਨੇਡਾ ਦੀ ਗੱਲ ਕਰੀਏ, ਜਿਹੜੇ ਆਗੂਆਂ ਨੂੰ ਤੁਸੀਂ ਲੈ ਕੇ ਸਰਬੱਤ ਖਾਲਸਾ ਵਿੱਚ ਇਨਪੁਟ ਲੈਂਦੇ ਜੋ, ਉਹ ਕਿਤੇ ਨਾ ਕਿਤੇ ਪੋਲੀਟੀਕਲੀ ਕਨੈਕਟਡ ਹੈਗੇ ਨੇ, ਤੇ ਉਹਨਾਂ ਦੇ ਵਿਚਾਰਾਂ ਨੂੰ ਤੁਸੀਂ ਇੱਕ ਆਮ ਸਿੱਖ ਸੰਗਤ ਦੇ ਵਿਚਾਰ ਕਿੱਦਾਂ ਮੰਨ ਸਕਦੇ ਜੋ? ਜਿਵੇਂ ਆਪ ਜੀ ਨੇ ਕਿਹਾ ਵੀ ਦੁਨੀਆ ਦੇ ਸਿੱਖ ਤਾਂ ਇੱਥੋਂ ਇਕੱਠੇ ਨਹੀਂ ਹੋ ਸਕਦੇ, ਕਿਰਾਏ ਨਹੀਂ ਹੋ ਸਕਦੀ, ਲੇਕਿਨ ਹਰ ਕੰਟਰੀ ਵਿੱਚ, ਹਰ ਮੁਲਕ ਵਿੱਚ ਜਿਹੜੀ ਸਿੱਖਾਂ ਦੀਆਂ ਆਰਗੇਨਾਈਜੇਸ਼ਨ ਹੈਗੀਆਂ, ਉਹਨਾਂ ਦੀਆਂ ਸੁਸਾਇਟੀਆਂ ਹੈਗੀਆਂ, ਉਹਨਾਂ ਦੇ ਸਾਰੇ ਆਪਣੇ ਬਣਾਏ ਹੋਏ ਪ੍ਰਤੀਨਿਧ ਬਣਾਏ ਹੋਏ ਨੇ। ਅਸੀਂ ਪਿਛਲੀ ਵਾਰ ਵੀ ਜਿਹੜੀ ਸਰਬੱਤ ਖਾਲਸਾ ਜਿਹੜਾ ਚੱਬੇ ਵਿਖੇ ਹੋਇਆ, ਉਦੋਂ ਵੀ ਅਸੀਂ ਸਾਰਿਆਂ ਨੂੰ ਕੋਸ਼ਿਸ਼ ਕੀਤੀ ਵੀ ਉੱਥੇ ਪਹੁੰਚਣ। ਸਾਰਿਆਂ ਨੂੰ ਸੱਦੇ ਵੀ ਦਿੱਤੇ ਅਸੀਂ, ਸਾਰਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਹੈ ਤੇ ਚਿੱਠੀਆਂ ਵੀ ਪਾਈਆਂ, ਕਿਉਂਕਿ ਸਾਰਿਆਂ ਨੂੰ ਚਿੱਠੀਆਂ ਜਾਂ ਉਹਨਾਂ ਦੇ ਈਮੇਲ ਰਾਹੀਂ ਪੂਰਾ ਕੰਟੈਕਟ ਹੋਣ ਟਾਈਮ ਥੋੜ੍ਹਾ ਸੀਗਾ, ਨਹੀਂ ਹੋ ਸਕਿਆ ਸੀ ਪਿਛਲੇ ਸਰਬੱਤ ਖਾਲਸਾ ਵਿੱਚ। ਹੁਣ ਸਾਡੇ ਕੋਲ ਟਾਈਮ ਹੈਗਾ, ਅਸੀਂ ਸਾਰਿਆਂ ਦਾ ਕੰਟੈਕਟ ਵੀ ਕਰਾਂਗੇ, ਸਾਰਿਆਂ ਨੂੰ ਫਿਰ ਖੁੱਲ੍ਹਾ ਸੱਦਾ ਦੇਵਾਂਗੇ। ਪਿਛਲੀ ਤਰ੍ਹਾਂ ਅਸੀਂ ਪਹਿਲਾਂ ਵੀ ਖੁੱਲ੍ਹਾ ਦਿੱਤਾ ਸੀ, ਲੇਕਿਨ ਉਹਦੇ ਵਿੱਚ ਡਿਫਰੈਂਸਿੰਗ ਇਹ ਹੈ, ਸਿੱਖਾਂ ਵਿੱਚ ਇੱਕ ਬੜੀ ਤਰਾਸਦੀ ਹੈ ਜਦੋਂ ਸੁਪਰਮੇਸੀ ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜਿਹੜੇ ਸਰਵਉੱਚ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਜਾਂ ਜਿਹੜੀ ਸਾਡੀ ਸੰਸਥਾ ਉਹ ਆਪਣੀ ਅਕਾਲ ਤਖ਼ਤ ਹੈ। ਅਸੀਂ ਦੋਵਾਂ ਨੂੰ ਮੁੱਖ ਰੱਖ ਕੇ ਜਦੋਂ ਅੱਗੇ ਚੱਲਾਂਗੇ ਫਿਰ ਸਾਡੀ ਪ੍ਰਾਪਤੀ ਹੋ ਜਾਊਗੀ। ਜਦੋਂ ਵਿਅਕਤੀਗਤ ਤੌਰ ਤੇ ਉਹ ਵੱਡਾ ਜਾਂ ਉਹ ਛੋਟਾ ਜੀ ਗੱਲ ਲੜਾਈ ਆ ਜਾਂਦੀ ਹੈ, ਉੱਥੇ ਫਿਰ ਡਿਫਰੈਂਸਿਸ ਹੋ ਜਾਂਦੇ ਨੇ, ਉੱਥੇ ਸਿੱਖ ਦੁਫਾੜ ਹੋ ਜਾਂਦੀ ਹੈ। ਇਹ ਕਾਫੀ ਹੈ ਸਾਡੀ, ਇਹ ਪਿਛਲੇ ਇਤਿਹਾਸ ਵਿੱਚ ਵੀ ਰਹੀ ਹੈ ਤੇ ਹੁਣ ਵੀ ਹੈ, ਤੇ ਅੱਗੋਂ ਵੀ ਸ਼ਾਇਦ ਮਹਾਰਾਜ ਕਿਰਪਾ ਕਰਨ ਇਹ ਖਤਮ ਹੋ ਜਾਵੇ ਤਾਂ ਚੰਗੀ ਗੱਲ ਹੈ ਜੇ ਖਤਮ ਹੋ ਜਾਵੇ, ਤਾਂ ਕਿ ਅਸੀਂ ਇੱਕ ਅਕਾਲ ਤਖ਼ਤ ਨੂੰ ਮੁੱਖ ਰੱਖ ਕੇ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸੂਲਾਂ ਨੂੰ ਮੁੱਖ ਰੱਖ ਕੇ ਅੱਗੇ ਵੱਧ ਸਕੀਏ ਤੇ ਆਪਣੀ ਗੱਲ ਕੌਮ ਦੀ ਸਾਰੇ ਵਰਲਡ ਵਿੱਚ ਪਹੁੰਚਾ ਸਕੀਏ। ਇਹ ਸਾਡੀ ਸਾਰੇ ਸਿੱਖਾਂ ਨੂੰ ਬੇਨਤੀ ਵੀ ਹੈ, ਸਾਰੀ ਸੰਸਥਾਵਾਂ ਨੂੰ ਬੇਨਤੀ ਹੈ, ਜੇ ਮੌਕਾ ਦੇ ਸਕੋ ਤਾਂ। ਹਾਂਜੀ, ਇਕਬਾਲ ਸਿੰਘ ਜੀ, ਮੈਂ ਤੁਹਾਨੂੰ ਸਿੰਪਲ ਜਿਹਾ ਸਵਾਲ ਕਰਨਾ ਚਾਹੁੰਦਾ। ਜੇ ਤੁਹਾਡੀ ਗੱਲਬਾਤ ਤੋਂ ਅੰਦਾਜ਼ਾ ਇਹ ਲੱਗਦਾ ਵਾ ਕਿ ਅਕਾਲ ਤਖ਼ਤ ਸਾਹਿਬ ਗੁਲਾਮ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ। ਜੇ ਇਹ ਗੱਲ ਬਿਲਕੁਲ ਸੱਚੀ ਆ ਤਾਂ ਜਦੋਂ ਤੱਕ ਅਕਾਲ ਤਖ਼ਤ ਸਾਹਿਬ ਨੂੰ ਤੁਸੀਂ ਆਜ਼ਾਦ ਨਹੀਂ ਕਰਵਾ ਲੈਂਦੇ, ਉਦੋਂ ਤੱਕ ਤੁਸੀਂ ਮੁਤਬਾਦਲ ਜਥੇਦਾਰਾਂ ਦੀ ਚੋਣ ਸਰਬੱਤ ਖਾਲਸਾ ਦੇ ਵਿੱਚ ਕਰਦੇ ਕਿਉਂ ਜੀ? ਇੱਕ ਗੱਲ ਇਹਦੇ ਨਾਲ ਹੋਰ ਜੋੜਨੀ ਚਾਹੁੰਦਾ ਕਿ ਜੇ ਸਿਧਾਂਤ ਦੀ ਹੀ ਸੁਪਰਮੇਸੀ ਆ ਤਾਂ ਸਿਰਫ ਪੰਜਾਬ ਦੇ ਵਿੱਚ ਪੈਂਦੇ ਤਖਤਾਂ ਦੇ ਜਥੇਦਾਰ ਹੀ ਕਿਉਂ ਬਦਲੇ ਜਾਂਦੇ ਨੇ? ਹਰ ਵਾਰ ਜਦੋਂ ਵੀ ਇਦਾਂ ਦਾ ਵਿਵਾਦ ਛਿੜਦਾ ਉਦੋਂ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੇ ਜਥੇਦਾਰ ਤਬਦੀਲ ਨਹੀਂ ਕੀਤੇ ਜਾਂਦੇ। ਉਹਦੀ ਵਜ੍ਹਾ ਇਹ ਮੰਨੀ ਜਾਵੇ ਕਿ ਉੱਥੇ ਜਿਹੜੀ ਆ ਸਿਧਾਂਤ ਦੀ ਸੁਪਰਮੇਸੀ ਪੰਜਾਬ ਦੇ ਅਕੋਰਡਿੰਗ ਨਹੀਂ ਚੱਲਦੀ, ਇਸ ਕਰਕੇ ਉਹਨਾਂ ਨੂੰ ਵਿੱਚੋਂ ਬਾਹਰ ਕੱਢ ਕੇ ਆਪਣੀ ਪੋਲਿਟਿਕਸ ਪੰਜਾਬ ਤੱਕ ਕੇਂਦਰਿਤ ਕੀਤੀ ਜਾਂਦੀ ਹੈ। ਇਹ ਦੋ ਸਵਾਲ ਨੇ, ਇੱਕ ਤਾਂ ਸੁਪਰਮੇਸੀ ਸਿਧਾਂਤ ਦੀ ਪਟਨੇ ਤੇ
ਹਜ਼ੂਰ ਸਾਹਿਬ ਕਿਉਂ ਨਹੀਂ ਪਹੁੰਚਦੀ, ਤੇ ਦੂਜੀ ਜਦੋਂ ਤੱਕ ਤੁਸੀਂ ਅਕਾਲ ਤਖਤ ਆਜ਼ਾਦ ਨਹੀਂ ਕਰਾ ਲੈਂਦੇ ਮੁਤਬਾਦਲ ਜਥੇਦਾਰਾਂ ਦੀ ਚੋਣ ਹੀ ਕਿਉਂ ਕੀਤੀ ਜਾਂਦੀ ਹੈ? ਬੇਨਤੀ ਖਾਲਸਾ ਜੀ ਇਹ ਹੈ ਵੀ ਜਿਹੜੀ ਜਥੇਦਾਰਾਂ ਦੀ ਇਸ ਟਾਈਮ ਨਿਯੁਕਤੀ ਹੈ ਉਹ ਸਿਸਟਮ ਵਿੱਚ ਖਰਾਬੀ ਹੈ ਜਿਹੜੀ ਪਿੱਛੇ ਚੱਲਦੀ ਆ ਰਹੀ ਹੈ। ਕਿਉਂਕਿ ਐਸਜੀਪੀਸੀ ਦੇ ਕੁਛ ਜਿਹੜੇ ਨੁਮਾਇੰਦੇ ਨੇ ਉਹ ਇੱਕ ਪਾਰਟੀ ਦੇ ਕੰਟਰੋਲ ਚਾਹੁੰਦੇ ਨੇ, ਉਹੀ ਬਾਦਲ ਸਾਹਿਬ ਜਾਂ ਬਾਦਲ ਦੀ ਪਾਰਟੀ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਇਲੈਕਸ਼ਨ ਕਰਦੀ, ਸਾਰੇ ਸਿੱਖਾਂ ਦੀ ਰਾਜ ਤਾਂ ਹੁੰਦੀ ਨਹੀਂ। ਇਹਦੇ ਸਿਸਟਮ ਨੂੰ ਕਰਨਾ ਪਊਗਾ। ਜਦੋਂ ਵੀ ਅਸੀਂ ਅਗਲੀਆਂ ਆਪਣੀ ਇਸ ਵੱਲ ਅੱਗੇ ਵਧਾਂਗੇ ਇਸ ਮਿਸ਼ਨ 'ਚ, ਤਾਂ ਜਿਹੜੀ ਸਾਰੇ ਸਿੱਖਾਂ ਦੀ ਰਾਏ ਮੁਤਾਬਕ ਆਪਾਂ ਇਹਨੂੰ ਸਿਸਟਮ ਬਦਲੀਏ। ਸਰਬੱਤ ਖਾਲਸਾ ਦਾ ਮਤਲਬ ਸਾਰੇ ਸਿੱਖਾਂ ਦੀ ਰਾਏ, ਸਾਰੇ ਸਿੱਖਾਂ ਦੀ ਰਾਏ ਕਿਸੋਂ ਤਾਂ ਇਕੱਠੀ ਨਹੀਂ ਹੋ ਸਕਦੀ, ਲੇਕਿਨ ਸਾਰੇ ਸਿੱਖਾਂ ਦੇ ਨੁਮਾਇੰਦੇ ਤਾਂ ਸਾਰੇ ਕੰਟਰੀਆਂ 'ਚੋਂ ਆ ਕੇ ਉਹ ਰਾਏ ਦੇ ਸਕਦੇ ਹਨ ਵੀ ਆਪਾਂ ਆਹ ਸਿਸਟਮ ਬਣਾਈਏ, ਆਹ ਢੰਗ ਤਰੀਕਾ ਜਥੇਦਾਰਾਂ ਦੀ ਚੋਣ ਦਾ ਹੋਊਗਾ, ਇਹਨਾਂ ਦੀ ਬਰਖਾਸਤੀ ਦਾ ਹੋਊਗਾ, ਤਾਂ ਕਿ ਕੋਈ ਇੱਕ ਪੋਲੀਟੀਕਲ ਬੰਦਾ ਜਾਂ ਇੱਕ ਪੋਲੀਟੀਕਲ ਪਾਰਟੀ ਕੋਈ ਜਥੇਦਾਰ ਨਾ ਬਰਖਾਸਤ ਕਰ ਸਕੇ ਨਾ ਨਿਯੁਕਤ ਕਰ ਸਕੇ। ਸਾਰੇ ਸਿੱਖਾਂ ਦੀ ਰਾਏ ਮੁਤਾਬਕ ਹੋਊਗੀ, ਆਪੇ ਯਾਦ ਹੋ ਜਾਣਗੇ। ਦੂਜੀ ਜਿਹੜੀ ਇਹ ਹੈ ਜਿਹੜੀ ਹੁਣ ਸਿਸਟਮ ਚੱਲ ਰਿਹਾ ਹੈ 4 ਸਟੇਟਾਂ ਦੀ ਇਲੈਕਸ਼ਨ ਦਾ ਐਸਜੀਪੀਸੀ ਦਾ, ਇਹਦੇ ਵਿੱਚ ਤਾਂ ਇਹ ਚੋਣ ਹੈ ਜੇ ਚਲੋ 4 ਸਟੇਟਾਂ ਦੀ ਐਸਜੀਪੀਸੀ ਦੀ ਚੋਣ ਹੋਏਗੀ, ਉਹਦੇ ਵਿੱਚ ਅਸੀਂ ਕਿਸੇ ਨਾ ਕਿਸੇ ਤਰੀਕੇ ਐਸਜੀਪੀਸੀ ਜਿਹੜੀ ਹੈ ਆਪਣੇ ਨੁਮਾਇੰਦੇ ਵੱਧ ਤੋਂ ਵੱਧ ਅੱਗੇ ਲਿਆ ਸਕੀਏ ਤੇ ਆਪਣੇ ਬੰਦੇ ਜਿਹੜੀ ਸੋਚ ਵਾਲੇ ਆਪਣੀ ਚੰਗੀ ਸੋਚ ਵਾਲੇ ਬੰਦੇ ਅੱਗੇ ਆ ਸਕਣ, ਤਾਂ ਇਹਨੂੰ ਸਿਸਟਮ ਬਦਲਿਆ ਜਾ ਸਕਦਾ। ਉਹੀ ਅੱਗੇ ਕਰ ਸਕਦੇ ਨੇ। ਤੇ ਦੋ ਸਿਸਟਮ ਨੇ, ਜੇ ਸਿੱਖ ਬਣਾ ਲਾਂਗੇ ਦੋ ਤੇ ਇੱਕ ਵੀ, ਤਾਂ ਅਸੀਂ ਕਾਮਯਾਬ ਹੋਵਾਂਗੇ। ਜੇ ਇਹਨਾਂ ਵਿੱਚ ਰਾਏ ਇੱਕ ਨਹੀਂ ਹੋਊਗੀ ਫਿਰ ਇਹ ਸਿਸਟਮ ਇੱਦਾਂ ਚੱਲਦਾ ਰਹੂਗਾ, ਜੋ ਗੌਰਮੈਂਟ ਦੇ ਪੱਖ ਵਿੱਚ ਹੈ, ਜੋ ਸਾਡੇ ਵਿਰੋਧੀਆਂ ਦੇ ਪੱਖ ਵਿੱਚ ਜਾਂਦਾ ਉਹ ਉਹਦੇ ਨਜਾਇਜ਼ ਵਰਤੋਂ ਕਰਦੇ ਰਹਿਣਗੇ, ਜ਼ਰੂਰਤ ਹੁੰਦੀ ਰਹੇਗੀ। ਇਹ ਸਾਨੂੰ ਚਾਹੀਦਾ ਵੀ ਇਹਨੂੰ ਆਪਾਂ ਸਿਸਟਮ ਬਦਲੀਏ। ਬਾਹਰਲੇ ਤੱਕ ਪੰਜਾਬ ਤੋਂ ਬਾਹਰਲੇ ਤਖਤਾਂ ਵਾਲਾ ਮਸਲਾ ਵੀ ਉੱਥੇ ਸਿਧਾਂਤ ਦੀ ਸੁਪਰਮੇਸੀ ਦੇ ਵਿੱਚ ਤੁਸੀਂ ਕਿਉਂ ਜਥੇਦਾਰ ਤਬਦੀਲ ਕਰਕੇ ਦਖਲ ਨਹੀਂ ਦਿੰਦੇ, ਉਹ ਵੀ ਨਾਲ ਹੀ ਜਵਾਬ ਦੇ ਦਿੱਤੀ। ਜਿਹੜੇ ਦੋਵੇਂ ਤਖਤ ਬਾਹਰਲੇ ਨੇ, ਪਟਨਾ ਸਾਹਿਬ ਹੈ, ਹਜ਼ੂਰ ਸਾਹਿਬ ਹੈ, ਉਹ ਵੀ 50 ਤਖਤਾਂ ਵਿੱਚ ਸ਼ਾਮਲ ਨੇ। ਪਰ ਉਹ ਜਦੋਂ ਅਸੀਂ ਸਾਰੀ ਇਲੈਕਟਡ ਬੋਡੀ ਵਰਲਡ ਲੈਵਲ ਦੀ ਬਣਾਵਾਂਗੇ, ਵਰਲਡ ਲੈਵਲ ਦੇ ਸਿੱਖ ਨੂੰ ਨਿਯੁਕਤ ਕਰਨਾਗੇ, ਉਹਦੇ ਵਿੱਚ ਆਪਣੇ ਆਪ ਉਹ ਆਟੋਮੈਟਿਕਲੀ ਸਾਰੀ ਉਹਦੇ ਵਿੱਚ ਆ ਜਾਣਗੇ, ਸਿਸਟਮ ਚ ਆ ਜਾਣਗੇ। ਹੁਣ ਕਿਉਂ ਬਚਿਆ ਗਿਆ? ਪਿਛਲੀ ਵਾਰ ਕਿਉਂ ਨਹੀਂ ਉਹ ਵੀ ਜਥੇਦਾਰ ਦੋ ਨਿਯੁਕਤ ਕੀਤੇ ਗਏ ਬਾਕੀ ਤਿੰਨਾਂ ਦੇ ਨਾਲ? ਹਾਂਜੀ, ਹੈਲੋ, ਜਦੋਂ ਬਾਕੀ ਤਿੰਨ ਜਥੇਬੰਦ ਜਿਹੜੇ ਪੰਜਾਬ ਵਾਲੇ ਕਰਦੇ ਹੋ, ਉਦੋਂ ਤੁਸੀਂ ਦੋ ਕਿਉਂ ਨਹੀਂ ਕਰਦੇ ਹਰ ਵਾਰ ਜਦੋਂ ਵੀ ਸਰਬੱਤ ਖਾਲਸਾ ਹੁੰਦਾ? ਨਹੀਂ, ਉਹ ਹੋਣੇ ਚਾਹੀਦੇ ਨੇ ਕਿੰਨੇ, ਕਿਉਂਕਿ ਜਿਹੜੀ ਐਸਜੀਪੀਸੀ ਦੀ ਜਿਹੜੀ ਬਾਡੀ ਆ ਉਹ ਦੋ ਬੋਰਡ ਨੇ। ਜਿਹੜਾ ਹਜ਼ੂਰ ਸਾਹਿਬ ਦਾ ਬੋਰਡ ਵੱਖਰਾ ਹੈ, ਪਟਨਾ ਸਾਹਿਬ ਦਾ ਬੋਰਡ ਵੱਖਰਾ ਹੈ। ਉਹਨਾਂ ਦੀ ਇਲੈਕਟਡ ਬੋਡੀਆਂ ਨੇ ਉੱਥੇ ਵੀ ਉਹ ਕਰਦੇ ਨੇ। ਉਹਨਾਂ ਦਾ ਚਾਹੀਦਾ ਸਿਸਟਮ ਸੈਂਟਰਲਾਈਜ਼, ਸਾਰੀ ਜਿਹੜੀ 5 ਤਖਤਾਂ ਦੀ ਜਥੇਦਾਰਾਂ ਦੀ ਚੋਣ ਹੈ ਉਹ ਸੈਂਟਰਲਾਈਜ਼ ਹੋਵੇ। ਜਿਵੇਂ ਅਸੀਂ 3 ਜਥੇਦਾਰਾਂ ਦੀ ਚੋਣ ਕਰਦੇ ਹਾਂ, ਉਸੇ ਤਰ੍ਹਾਂ 2 ਜਥੇਦਾਰਾਂ ਦੀ ਹੋਣੀ ਚਾਹੀਦੀ ਹੈ। ਲੇਕਿਨ ਉਹ ਜਿਹੜੇ ਹਜ਼ੂਰ ਸਾਹਿਬ ਦੇ ਪਟਨਾ ਸਾਹਿਬ ਨੇ, ਉਹਨਾਂ ਦੀਆਂ ਆਪਣੇ ਆਜ਼ਾਦ ਬੋਰਡ ਨੇ ਜਿਹੜੇ ਉਹ ਨਿਯੁਕਤ ਕਰਦੇ ਨੇ, ਉਹਨਾਂ 'ਚ ਗੌਰਮੈਂਟ ਦਾ ਹੱਥ ਰਹਿੰਦਾ। ਉਹ ਸਿਸਟਮ ਵੀ ਸਾਨੂੰ ਬਦਲਣਾ ਪਊਗਾ ਤਾਂ ਕਿ ਸਾਰੀ ਜਿਹੜੀ ਸੈਂਟਰਲਾਈਜ਼ ਹੋਵੇ, ਸੈਂਟਰਲਾਈਜ਼ ਇਲੈਕਸ਼ਨ ਚੋਣ ਹੋਵੇ, ਸੈਂਟਰਲਾਈਜ਼ ਸਿੱਖਾਂ ਦੀ ਰਾਈਟ ਤੋਂ ਕੱਟਰ ਹੋ ਚੁਣਾ ਜਾਵੇ। ਇਹ ਸਿਸਟਮ ਆਪਾਂ ਸਾਰੇ ਇਕੱਠੇ ਹੋ ਕੇ ਕਰ ਸਕਦੇ ਹਾਂ। ਇਹਨੂੰ ਸਿਸਟਮ ਬਦਲ ਕੇ, ਇਹ ਸਿਸਟਮ ਤਾਂ ਹੀ ਬਦਲਿਆ ਜਾਊਗਾ ਜਦੋਂ ਅਸੀਂ ਇਕੱਠੇ ਹੋ ਕੇ ਅੱਗੇ ਮਿਸ਼ਨ ਤੇ ਲੜਾਂਗੇ। ਅਜੇ ਤਾਂ ਤਰਾਸਦੀ ਇਹ ਹੈ ਵੀ ਅਸੀਂ ਇਕੱਠੇ ਨਹੀਂ ਹੋ ਰਹੇ ਕਿਸੇ ਇੱਕ ਮਿਸ਼ਨ ਤੇ। ਜਦੋਂ ਵੀ ਕੋਈ ਗੱਲ ਚੰਗੇ ਪਾਸੇ ਚੱਲ ਰਹੀ ਹੈ, ਉਦੋਂ ਹੀ ਕੋਈ ਨਾ ਕੋਈ ਗਰੁੱਪ ਵਿੱਚੋਂ ਕੋਈ ਨਾ ਕੋਈ ਨੈਗੇਟਿਵ ਗੱਲ ਹੋ ਜਾਂਦੀ ਹੈ ਜਾਂ ਚਲਾ ਦਿੰਦੀ ਹੈ। ਏਜੰਸੀਆਂ ਬਹੁਤ ਕੁਛ ਕਰਦੀਆਂ ਹੁੰਦੀਆਂ, ਇਹ ਆਪ ਜੀ ਵੀ ਸਮਝਦਾਰ ਹੋ ਇਸ ਗੱਲ ਦਾ ਵੀ ਕੀ ਕੁਛ ਹੁੰਦਾ। ਉੱਥੇ ਫਿਰ ਸਿਸਟਮ ਜਿਹੜਾ ਸਾਰਾ ਫੇਲ ਹੋ ਜਾਂਦਾ, ਜੋ ਅੱਗੇ ਮਿਸ਼ਨ ਫੇਲ ਹੋ ਜਾਂਦਾ। ਦਿਲਰਾਜ ਜੀ ਔਰ ਅਜੀਤ ਜੀ। ਟਿਵਾਣਾ ਸਾਹਿਬ, ਅਜੀਤ ਸਿੰਘ ਬੋਲ ਰਿਹਾ ਜੀ ਕੈਲਗਰੀ ਤੋਂ। ਮੈਂ ਇਹ ਤੁਹਾਡੇ ਵਿਚਾਰ ਜਾਣਨਾ ਚਾਹੁੰਦਾ। ਦੇਖੋ, ਆਪਣੇ ਸਿੱਖ ਪੰਥ ਦੇ ਵਿੱਚ ਧਰਮ ਤੇ ਰਾਜਨੀਤੀ ਨੂੰ ਇਕੱਠਾ ਮੰਨਦੇ ਆ। ਬਿਲਕੁਲ। ਇਹ ਅਜੋਕੇ ਸਮੇਂ ਦੇ ਵਿੱਚ ਆਪਾਂ, ਕਿਉਂਕਿ ਇਹ ਰਾਜਨੀਤੀ ਪੰਜਾਬ ਤੱਕ ਸੀਮਤ ਹੈ, ਜਿਹੜੀ ਰਾਜਨੀਤੀ ਹੈ ਬਾਹਰ ਦੀ ਰਾਜਨੀਤੀ ਦੇ ਵਿੱਚ ਜਿਹੜਾ ਹੈਗਾ ਉਹ ਹੁਣ ਦਾ ਕੋਈ ਦਖਲ ਨਹੀਂ ਹੈਗਾ। ਪਰ ਜੇ ਅਸੀਂ ਸਰਬੱਤ ਖਾਲਸਾ ਕਰਕੇ ਆਜ਼ਾਦ ਅਕਾਲ ਤਖਤ ਦਾ ਕਨਸੈਪਟ ਸਾਹਮਣੇ ਲਿਆਉਣਾ ਚਾਹੁੰਦੇ ਹਾਂ, ਤਾਂ ਉਹਦਾ ਟੋਟਲ ਰਾਜਨੀਤੀ ਦੇ ਵਿੱਚ ਤਾਂ ਪ੍ਰਭਾਵ ਹੋ ਨਹੀਂ ਸਕਦਾ ਹੈਗਾ। ਤੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਹੜਾ ਪ੍ਰਭਾਵ ਹੈ ਉਹ ਨੈਗੇਟਿਵ ਹੈ, ਕਿਉਂਕਿ ਰਾਜਨੀਤੀ ਭਾਰੂ ਹੋ ਰਹੀ ਹੈ। ਜਿਹੜੀਆਂ ਧਾਰਮਿਕ ਅਕੀਦਾ ਹੈ ਉਹ ਝੁਕ ਜਾਂਦਾ, ਉਹਦੇ ਤੁਸੀਂ ਪਿਛਲੇ ਸਮਿਆਂ ਵਿੱਚ ਦੇਖ ਰਹੇ ਹੋ। ਪਰ ਜੇ ਤੁਸੀਂ ਅਕਾਲ ਤਖਤ ਨੂੰ ਆਜ਼ਾਦ ਹਸਤੀ ਚਾਹੁੰਦੇ ਆ ਤਾਂ ਕਾਨੂੰਨੀ ਤੌਰ ਤੇ ਕੀ ਹਸਤੀ ਹੋ ਸਕਦੀ ਹੈ, ਕੀ ਉਹ ਸੰਸਥਾ ਹੋ ਸਕਦੀ ਹੈ ਜਿਹੜੀ ਸਾਰੇ ਦੁਨੀਆ ਦੇ ਸਿੱਖਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕਰਕੇ, ਪਰ ਉਹਨੂੰ ਰਹਿਣਾ ਤਾਂ ਪਏਗਾ ਨਾ ਉਹਦੇ ਵਿੱਚ। ਜੇ ਅੱਜ ਈਸਾਈਆਂ ਦੇ ਵਿੱਚ ਹੈਗਾ ਤਾਂ ਵੈਟੀਕਨ ਸਿਟੀ 'ਚ ਬਹੁਤ ਛੋਟਾ ਹੈ, ਪਰ ਉਹ ਕਿਸੇ ਮੁਲਕ ਦੇ ਅਧੀਨ ਨਹੀਂ ਹੈਗਾ। ਕਿਆ ਇਸ ਤਰ੍ਹਾਂ ਦੀ ਸੰਸਥਾ ਹਿੰਦੁਸਤਾਨ 'ਚ ਕ੍ਰੀਏਟ ਕੀਤੀ ਜਾ ਸਕਦੀ ਹੈ? ਬਿਲਕੁਲ ਕੀਤੀ ਜਾ ਸਕਦੀ ਹੈ, ਕਿਉਂ ਨਹੀਂ ਕੀਤੀ ਜਾ ਸਕਦੀ। ਜੋ ਵੈਟੀਕਨ ਸਿਟੀ ਈਸਾਈਆਂ ਦਾ ਹੋ ਸਕਦਾ ਹੈ,
ਮੁਸਲਮਾਨਾਂ ਦੇ ਆਜ਼ਾਦ ਚੋਣ ਆਪਣੇ ਤੌਰ ਤੇ ਕਰ ਸਕਦੇ ਆ, ਸਾਈ ਕਰ ਸਕਦੇ ਆ, ਸਿੱਖ ਕੌਮ ਕਿਉਂ ਨਹੀਂ ਕਰ ਸਕਦੀ? ਹੋ ਸਕਦਾ ਸਾਰਾ ਕੁਝ, ਪਰ ਇਹਦੇ ਵਾਸਤੇ ਸਾਰੇ ਸਿੱਖਾਂ ਨੂੰ ਇੱਕ ਸੋਚ ਨਾਲ ਬਿਨਾਂ ਕਿਸੇ ਵਖਰੇਵੇਂ ਤੋਂ ਜਿਹੜੀ ਸਿੱਖ ਹੈ, ਚਾਹੇ ਉਹ ਬਾਹਰ ਬੈਠੀ ਹੈ, ਚਾਹੇ ਉਹ ਪੰਜਾਬ 'ਚ ਬੈਠੀ ਹੈ, ਚਾਹੇ ਪੰਜਾਬ ਦੇ ਦੂਜੇ ਸੂਬੇ 'ਚ ਬੈਠੀ ਹੈ, ਉਹਨੂੰ ਇੱਕ ਇਮਾਨਦਾਰੀ ਨਾਲ ਆਪਣੇ ਕਮਿਸ਼ਨ ਤੇ ਇਕੱਠਾ ਹੋਣਾ ਪਊਗਾ, ਫਿਰ ਇਹ ਹੋ ਜਾਊਗਾ। ਇਹ ਨਾ ਹੋਣ ਵਾਲੀ ਤਾਂ ਕੋਈ ਗੱਲ ਹੈ ਨਹੀਂ, ਇੰਪੋਸੀਬਲ ਤਾਂ ਕੋਈ ਗੱਲ ਹੈ ਨਹੀਂ। ਸੀਪੀ ਸਿੰਘ ਜੀ, ਹੈਲੋ, ਹਾਂਜੀ ਸੀਪੀ ਸਿੰਘ ਜੀ, ਗੋ ਹੈਡ। जी इकबाल जी, सत श्री अकाल। सीपी सिंह बोल रहे हैं चंडीगढ़ तो। हाँ जी इकबाल जी, एक चीज समझ नहीं आ रही, किन्ने साल हो गए ਜਦੋਂ ਤੋਂ ਮਤਲਬ ਐਸਜੀਪੀਸੀ ਦਾ ਕਾਬਜ਼ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਜਾਂ ਬਾਦਲ ਪਰਿਵਾਰ, ਉਹ ਹੁਣ ਉਸ ਚੀਜ਼ ਦੇ ਉੱਪਰ ਜਾਂ ਉਦੋਂ ਵੀ ਅੱਜ ਤੱਕ ਉਸ ਚੀਜ਼ ਨੂੰ ਅਪੋਜ਼ ਕਿਉਂ ਨਹੀਂ ਕੀਤਾ ਜਾ ਰਿਹਾ? ਕੀ ਉੱਥੇ ਉਹ ਮੈਂਬਰ ਹੀ ਨਹੀਂ ਬਿਠਾਏ ਜਾਂਦੇ, ਜਾਂ ਕੀ ਇਹਦੇ ਪਿੱਛੇ ਕੀ ਰੀਜ਼ਨ ਮੰਨਦੇ ਹੋ ਤੁਸੀਂ? ਮੈਂ ਤਾਂ ਇਸ ਚੀਜ਼ ਨੂੰ ਬੜਾ ਕਨਫਿਊਜ਼ਡ ਆ ਕਿ ਕਿਉਂ ਇਦਾਂ ਕਿਉਂ ਹੋ ਰਿਹਾ। ਮੈਂ ਤੁਹਾਡੀ ਗੱਲ ਪੂਰੀ ਫੋਲੋ ਨਹੀਂ ਕਰ ਸਕਿਆ, ਜਿਹੜਾ ਦੁਬਾਰਾ ਸੰਖੇਪ ਕਰਿਓ। ਮੈਂ ਇਹ ਕਹਿ ਰਿਹਾ ਜੀ ਕਿ ਜਦੋਂ ਤੋਂ ਐਸਜੀਪੀਸੀ ਦੀ ਇਲੈਕਸ਼ਨ ਜਦੋਂ ਹੁੰਦੀ ਹੈ, ਕਾਫੀ ਸਾਲ ਹੋ ਗਏ ਆਪਾਂ ਨੂੰ ਇੱਕੋ ਚੀਜ਼ ਦੇਖਦੇ ਹਨ ਕਿ ਬਾਦਲ ਪਰਿਵਾਰ ਜਾਂ ਬਾਦਲ ਦਾ ਕਾਬਜ਼ ਹੁੰਦਾ ਹੈ ਇਸ ਇਲੈਕਸ਼ਨ ਦੇ ਉੱਪਰ। ਉਸ ਚੀਜ਼ ਨੂੰ ਅਪੋਜ਼ ਕਿਉਂ ਨਹੀਂ ਕੀਤਾ ਜਾਂਦਾ? ਕੀ ਉੱਥੇ ਉਹ ਮੈਂਬਰ ਬਿਠਾਏ ਹੀ ਨਹੀਂ ਜਾਂਦੇ, ਜਾਂ ਕੀ ਇਹਦਾ ਪਿੱਛੇ ਤੁਸੀਂ ਕੀ ਸਮਝਦੇ ਹੋ, ਕੀ ਕਾਰਨ ਹੈ ਇਸ ਚੀਜ਼ ਦਾ? ਗੱਲ ਟੁੱਟ ਗਈ ਹੈ ਥੋੜੀ, ਜਿਆਦਾ ਆਵਾਜ਼ ਟੁੱਟ ਗਈ ਜਾਂ ਕੋਈ ਗੱਲ ਹੈ ਕਿ ਥੋੜੀ? ਹਰਪ੍ਰੀਤ ਜੀ, ਥੋੜੀ ਜਿਹੀ ਉੱਚੀ ਬੋਲਣ ਦੀ ਕੋਸ਼ਿਸ਼ ਕਰੋਗੇ? ਇੱਕ ਵਾਰ ਸਵਾਲ ਰਿਪੀਟ ਕਰੋ ਸੀਪੀ ਸਿੰਘ ਜੀ ਪਲੀਜ਼। ਮੇਰੀ ਆਵਾਜ਼ ਬ੍ਰੇਕ ਹੋ ਰਹੀ ਹੈ ਮੈਨੂੰ ਲੱਗਦਾ। ਤੁਸੀਂ ਬਰੀਫ ਕਰ ਦਿਓ, ਗੱਲ ਟੁੱਟ ਰਹੀ ਹੈ ਨਾ ਜੀ। ਸੀਪੀ ਸਿੰਘ ਜੀ ਪਲੀਜ਼ ਗੋ ਹੈਡ। ਹੈਲੋ ਹਰਪ੍ਰੀਤ ਜੀ, ਹੈਲੋ ਇਕਬਾਲ ਜੀ, ਆਪ ਹੁਣ ਆ ਰਹੀ ਹੈ ਆਵਾਜ਼? ਹਾਂਜੀ ਹੁਣ ਠੀਕ ਆ ਰਹੀ ਆਵਾਜ਼। ਇਕਬਾਲ ਜੀ, ਮੈਂ ਇਹ ਕਹਿ ਰਿਹਾ ਸੀ ਕਿ ਜਦੋਂ ਐਸਜੀਪੀਸੀ ਦੀ ਇਲੈਕਸ਼ਨ ਹੁੰਦੀ ਹੈ, ਚਾਹੇ ਉਹ ਹੁਣ ਹੋਣੀ ਆਉਣ ਵਾਲੇ ਟਾਈਮ 'ਚ ਹੋਵੇ ਜਾਂ ਪਿੱਛੇ ਅਸੀਂ ਕਾਫੀ ਸਾਲਾਂ ਤੋਂ ਦੇਖਦੇ ਆ ਰਹੇ ਹਾਂ, ਉਸ ਇਲੈਕਸ਼ਨ ਦਾ ਅਪੋਜ਼ ਕਿਉਂ ਨਹੀਂ ਹੁੰਦਾ? ਬਾਦਲ ਕਿਉਂ ਕਾਬਜ਼ ਹੁੰਦੇ ਨੇ ਉਸ ਇਲੈਕਸ਼ਨ ਦੇ ਵਿੱਚ? ਉਸ ਵਿੱਚ ਕੀ ਉਹੀ ਬੰਦੇ ਬਿਠਾਏ ਜਾਂਦੇ ਨੇ ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਨੇ, ਜਾਂ ਉਸ ਨੂੰ ਆਪੋਜੀਸ਼ਨ ਕਿਉਂ ਨਹੀਂ ਮਿਲਦੀ? ਇਹ ਕੀ ਰੀਜ਼ਨ ਹੈ? ਬੇਨਤੀ ਹੈ, ਜਿਹੜਾ ਆਪ ਨੇ ਸਿਸਟਮ ਦੀ ਗੱਲ ਕੀਤੀ ਹੈ ਨਾ, ਇਹ ਆਪਾਂ ਇਕੱਠੇ ਹੋ ਕੇ ਸਾਰੇ ਕਰ ਸਕਦੇ ਹਾਂ। ਜਦੋਂ ਹੁਣ ਐਸਜੀਪੀਸੀ ਦੀ ਚੋਣ ਆਵੇ, ਜਿਵੇਂ ਹੁਣ ਸਰਬੱਤ ਖਾਲਸਾ ਆਪਣਾ 10 ਨਵੰਬਰ ਨੂੰ ਹੋ ਰਿਹਾ, ਇਹ ਗੱਲ ਇਹਦੇ ਵਿੱਚ ਵੀ ਪ੍ਰੋਜੈਕਟ ਹੋ ਸਕਦੀ ਹੈ ਵੀ ਅਸੀਂ ਐਸਜੀਪੀਸੀ ਦੀ ਜਿਹੜੀ ਇਲੈਕਸ਼ਨ ਹੈ ਉਹ ਨਾ ਲੜੀ, ਆਪਣੇ ਤੌਰ ਤੇ ਜਿਹੜੇ ਸਿੱਖ ਨੇ ਸਾਰੇ ਵਰਲਡ ਦੇ ਇਕੱਠੇ ਹੋ ਕੇ, ਹਿੰਦੁਸਤਾਨ ਦੇ, ਪੰਜਾਬ ਦੇ, ਵਰਲਡ ਦੇ ਮੁਲਕਾਂ ਦੇ ਇਕੱਠੇ ਹੋ ਕੇ ਆਪਣਾ ਸਿਸਟਮ ਆਹ ਬਣਾਉਣਾ ਸੀ, ਕਿਵੇਂ ਬੋਡੀ ਨੂੰ ਇਲੈਕਟ ਕਰਨਾ ਆਪਣੀ ਐਸਜੀਪੀਸੀ ਨੂੰ। ਅਸੀਂ ਉਹ ਕਾਨੂੰਨ ਨੂੰ ਵੈਚ ਵੀ ਕਰ ਸਕਦੇ ਹਾਂ। ਇਹ ਤਾਂ ਕਾਨੂੰਨ ਉਹਨਾਂ ਦੇ ਮੁਤਾਬਕ ਹੈ ਨਾ, ਸੈਂਟਰਲ ਗਵਰਨਮੈਂਟ ਦੇ ਮੁਤਾਬਕ ਅੰਗਰੇਜ਼ਾਂ ਨੇ ਬਣਾਇਆ ਵਾ, ਉਹੀ ਚੱਲਦਾ ਆ ਰਿਹਾ। ਉਹਦੇ ਸਿਸਟਮ ਵਿੱਚ ਤਾਂ ਉਹਨਾਂ ਦੀ ਚੱਲਣੀ ਹੈ ਨਾ, ਜਿਹੇ ਉਹਨਾਂ ਨੇ ਕਾਨੂੰਨ ਬਣਾਏ ਹੋਏ ਆ। ਜਦੋਂ ਅਸੀਂ ਸਿੱਖਾਂ ਨੂੰ ਆਪਾਂ ਨੂੰ ਜਿਸ ਤਰ੍ਹਾਂ ਦੀ ਲੋੜ ਹੈ, ਜਿਸ ਤਰ੍ਹਾਂ ਦਾ ਮਾਹੌਲ ਹੈ, ਜਿਸ ਤਰ੍ਹਾਂ ਦੇ ਸਾਡੇ ਵਾਤਾਵਰਨ ਨੇ, ਉਸ ਤਰ੍ਹਾਂ ਦੇ ਮੁਤਾਬਕ ਅਸੀਂ ਆਪਣਾ ਇਸ ਬੋਡੀ ਨੂੰ ਇਲੈਕਟ ਕਰਨ ਵਾਸਤੇ ਆਪਣਾ ਆਪ ਸਿਧਾਂਤ, ਆਪ ਕਾਨੂੰਨ ਬਣਾਈਏ। ਜਿਵੇਂ ਆਜ਼ਾਦ ਹੋਰ ਕੌਮਾਂ ਸਾਈ ਬਣਾਉਂਦੇ ਨੇ, ਮੁਸਲਮਾਨ ਆਪਣੇ ਇਲੈਕਟਡ ਬੋਡੀ ਕਰਦੇ ਨੇ, ਅਸੀਂ ਵੀ ਕਰ ਸਕਦੇ ਹਾਂ। ਇਸ ਤਰ੍ਹਾਂ ਕਰਨਾ ਚਾਹੀਦਾ ਹੈ, ਆਜ਼ਾਦ ਹੋ ਜਾਊਗਾ ਤੇ ਆਪਾਂ ਜੋ ਤੁਸੀਂ ਚਾਹੁੰਦੇ ਹੋ ਸਾਰਾ ਸਿੱਖ ਚਾਹੁੰਦਾ, ਅਸੀਂ ਚਾਹੁੰਦੇ ਹਾਂ ਹੋ ਜਾਊਗਾ। ਪਰ ਇਹਨੂੰ ਥੋੜੀ ਮਿਹਨਤ ਕਰਨੀ ਪਊਗੀ ਤੇ ਇਮਾਨ ਦੇ ਨਾਲ ਉਦਮ ਕਰਨੇ ਪੈਣਗੇ, ਉਹ ਜੇਕਰ ਬਹੁਤ ਜ਼ਰੂਰੀ ਹੈ। ਦਿਲਰਾਜ ਜੀ, ਹਾਂਜੀ ਦਿਲਰਾਜ ਜੀ ਦੀ ਮੇਰੇ ਨਾਲ ਸਾਡੇ ਨਾਲ ਆਡੀਓ ਲਾਈਨ ਨਹੀਂ ਜੁੜੀ ਹੋਈ। ਇਕਬਾਲ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਆਪਣਾ ਕੀਮਤੀ ਟਾਈਮ ਕੱਢ ਕੇ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਉਹਦੇ ਵਾਸਤੇ ਤੁਹਾਡੇ ਆਭਾਰੀ ਹਾਂ ਸਰ। ਥੈਂਕ ਯੂ ਫॉर ਜੁਆਇਨਿੰਗ ਅਸ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਸਾਰੇ ਅਦਾਰੇ ਦਾ ਬਹੁਤ ਬਹੁਤ। ਵਾਹਿਗੁਰੂ ਜੀ ਖਾਲਸਾ। ਇਸ ਤਰ੍ਹਾਂ ਇਕਬਾਲ ਸਿੰਘ ਜੀ ਜੋ ਕਿ ਸਰਬੱਤ ਖਾਲਸਾ ਰਿਲੇਟਡ ਸਾਡੇ ਕੁਝ ਸਵਾਲਾਂ ਦਾ ਜਵਾਬ ਦੇ ਰਹੇ ਸੀ। ਸਮਾਂ ਆਲਰੇਡੀ ਬਹੁਤ ਹੋ ਚੁੱਕਾ ਹੈ ਤੇ 25 ਮਿੰਟ ਓਵਰ ਹੋ ਚੁੱਕੇ ਆ। ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਮੈਂ ਹੋਰ ਗੱਲਬਾਤ ਕਰ ਸਕੀਏ। ਮੈਂ ਆਪਣੇ ਸਾਰੇ ਪੈਨਲਿਸਟ ਦਾ ਅਜੀਤ ਜੀ, ਸਬਦੀਸ਼ ਜੀ, ਸੀਪੀ ਸਿੰਘ ਜੀ, ਦਿਲਰਾਜ ਜੀ, ਤੁਸੀਂ ਸਾਰੇ ਕੱਲ ਵੀ ਤੇ ਅੱਜ ਵੀ ਈਵਨ ਐਕਸਟੈਂਡ ਹੋਣ ਦੇ ਬਾਵਜੂਦ, ਸ਼ੋ ਐਕਸਟੈਂਡ ਹੋਣ ਦੇ ਬਾਵਜੂਦ ਮੇਰੇ ਨਾਲ ਜੁੜੇ ਰਹੇ, ਤੁਹਾਡੇ ਸਭ ਦਾ ਆਭਾਰੀ ਹਾਂ ਸਰ। ਉਮੀਦ ਕਰਦੇ ਹਾਂ ਦਰਸ਼ਕਾਂ ਨੂੰ ਸਾਡੀ ਕੋਸ਼ਿਸ਼ ਪਸੰਦ ਆ ਰਹੀ ਹੋਊਗੀ। ਹਮੇਸ਼ਾ ਹੀ ਤਰ੍ਹਾਂ ਇੱਕ ਬੇਨਤੀ, ਸ਼ੋ ਕਿੱਦਾਂ ਲੱਗਦੇ ਆ ਇਹ ਜ਼ਰੂਰ ਦੱਸਣਾ। ਜੇ ਤੁਹਾਨੂੰ ਸਾਡੀ ਕੋਈ ਗੱਲ ਨਾ ਪਸੰਦ ਆਵੇ ਤੇ ਜ਼ਰੂਰ ਤੁਸੀਂ ਆਪਣੀ ਗੱਲ ਸਾਡੇ ਨਾਲ ਕਰ ਸਕਦੇ ਜੋ, ਸਾਨੂੰ ਆਪਣੇ ਸੁਝਾਅ ਦੇ ਸਕਦੇ ਜੋ। ਫੋਨ, ਈਮੇਲ ਅਤੇ WhatsApp ਤੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰ ਸਕਦੇ ਜੋ। ਇਹਦੇ ਨਾਲ ਹੀ ਮੈਨੂੰ, ਸਬਦੀਸ਼ ਜੀ ਨੂੰ, ਅਜੀਤ ਜੀ ਨੂੰ, ਦਿਲਰਾਜ ਜੀ ਨੂੰ, ਸੀਪੀ ਸਿੰਘ ਜੀ ਨੂੰ ਦੋ ਇਜਾਜ਼ਤ। ਧੰਨਵਾਦ। ਥੈਂਕ ਯੂ ਵੈਰੀ ਮਚ ਜੀ।